ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਪੰਜਾਬ ਫੋਕਸ ਦੇ ਵਿੱਚ ਸਵਾਗਤ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ। ਪੰਜਾਬ ਮੇਲ USA TV ਚੈਨਲ ਦੇ ਪਿਆਰੇ ਦਰਸ਼ਕੋ, ਮੈਂ ਹਾਂ ਬਲਕਾਰ ਸਿੰਘ ਤੇ ਰੋਜ਼ ਦੀ ਤਰ੍ਹਾਂ ਮੇਰੇ ਸਾਥੀ ਨੇ ਸੰਜੀਵ ਐਸ ਖੰਨਾ ਜੀ ਇਸ ਪ੍ਰੋਗਰਾਮ ਵਿੱਚ। ਤੇ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ ਵਿਚਾਰ ਉਹ ਇਸ਼ੂ, ਉਹ ਪੁਆਇੰਟ ਜਿਹੜੇ ਸਾਡੇ ਪੰਜਾਬ ਵਿੱਚ ਵਾਪਰੇ ਨੇ, ਦੇਸਾਂ ਪ੍ਰਦੇਸਾਂ ਵਿੱਚ ਵਾਪਰੇ ਨੇ। ਤੇ ਖੰਨਾ ਜੀ, ਅੱਜ ਉਹ ਵਿਸ਼ਾ ਲਿਆ ਜਾਵੇ ਜਿਹੜਾ ਤੇ ਖਾਸ ਕਰਕੇ ਸਾਡੇ ਦਰਸ਼ਕਾਂ ਦੀ ਨਜ਼ਰ ਵੀ ਹੈ ਤੇ ਉਹ ਚਾਹੁੰਦੇ ਨੇ ਕਿ ਇਹਦੇ ਨਾਲ ਸਾਡੀ ਸਾਂਝ ਪਵਾਈ ਜਾਵੇ। ਬਿਲਕੁਲ, ਕਾਫੀ ਦਿਨਾਂ ਦਾ ਮਾਮਲਾ ਭਖਿਆ ਹੋਇਆ ਜਿਹੜਾ ਅਮਰੀਕਾ ਦੀ ਸਿਲੀਕਨ ਵੈਲੀ ਬੈਂਕ ਹੈ। ਜ਼ਰੂਰ, ਹਾਂ, ਇੰਡਸਟਰੀ ਦੇ ਨਾਲ ਰਿਲੇਟਿਡ ਹੈ, ਸਾਰਾ ਟੈਕਨੋਲੋਜੀ ਦੇ ਨਾਲ ਰਿਲੇਟਿਡ ਹੈ। ਹਾਂ, ਸੋ ਦਿਵਾਲੀਆਪਨ, ਬੈਂਕਰਪਸੀ। ਜੀ ਜੀ ਜੀ। ਸੋ ਇਹ ਬਹੁਤ ਖਤਰਨਾਕ ਚੀਜ਼ ਹੈ ਕਿਉਂਕਿ ਜੇ ਐਡੇ ਵੱਡੇ ਦੇਸ਼ ਦੇ ਵਿੱਚ ਐਡਾ ਵੱਡਾ ਬੈਂਕ, ਸਿਲੀਕਨ ਵੈਲੀ ਵਰਗਾ ਬੈਂਕ ਇਸ ਸਥਿਤੀ ਦੇ ਵਿੱਚ ਪਹੁੰਚਦਾ ਤੇ ਬਾਕੀ ਹਾਲਾਤ ਬੜੇ ਗੰਭੀਰ ਨੇ। ਇਹ ਬੈਂਕ ਬੜੀ ਸਟੈਂਡਰਡ ਦੀ ਬੈਂਕ ਸੀਗੀ ਅਮਰੀਕਾ ਦੀ, ਔਰ ਸਿਲੀਕਨ ਵੈਲੀ ਬੈਂਕ ਜਿਹੜੀ ਹੈਗੀ ਆ 9ਵਾਂ ਨੰਬਰ ਇਹਦਾ ਸੀਗਾ ਉੱਥੇ। ਔਰ ਇਹਦੇ ਵਿੱਚ ਜਿਹੜੀ ਟੈਕਨੋਲੋਜੀ ਇੰਡਸਟਰੀ ਇਹਦੇ ਨਾਲ ਜੁੜੀ ਸੀਗੀ ਔਰ ਉਹਨਾਂ ਨੇ ਇਹਨਾਂ ਕੋਲ ਬੜਾ ਕਰਜ਼ਾ ਵੀ ਲਿਆ ਸੀਗਾ, ਕਈ ਲੋਨ 'ਤੇ ਪੈਸਾ ਵੀ ਲਿਆ ਸੀਗਾ ਔਰ ਇਹਦੇ ਵਿੱਚ ਕਈ ਇੰਡਸਟਰੀਆਂ ਚੱਲ ਰਹੀਆਂ ਸੀ ਔਰ ਇਹਦੇ ਨਾਲ ਜਿਨ੍ਹਾਂ ਦਾ ਵਪਾਰ ਬਿਜ਼ਨਸ ਇਹਦੇ ਨਾਲ ਚੱਲ ਰਿਹਾ ਸੀਗਾ, ਜਦੋਂ ਇਹ ਦਿਵਾਲੀਆਪਨ ਆ ਗਿਆ ਇਹਦੇ ਸ਼ੇਅਰ ਡਿੱਗ ਪਏ ਔਰ ਘਾਟੇ 'ਚ ਚਲੀ ਗਈ। ਸਮਝ ਲਓ ਪੰਜਾਬੀ 'ਚ ਡੁੱਬ ਗਈ ਲੈ ਉਹਦੇ ਨਾਲ। ਇਹ ਵੀ ਜਿਹੜਾ ਕਥਨ ਲੋਕਾਂ ਦਾ ਹੈ ਕਿ ਡੁੱਬ ਗਈ ਬੈਂਕ। ਔਰ ਇਹਦੇ ਨਾਲ ਅਮਰੀਕਾ ਦੀ ਜਿਹੜੀ ਆ ਸਥਿਤੀ, ਜਿਹੜੀ ਫਾਈਨੈਂਸ਼ੀਅਲ ਸਟੇਟਸ ਸੀਗਾ ਉਹ ਵੀ ਗਿਰਾਵਟ ਵਿੱਚ ਆਇਆ ਕਿਉਂਕਿ ਬੈਂਕਾਂ ਤੋਂ ਹੀ ਅਸੀਂ ਸਾਰਾ ਕੁਛ ਆਪਣੀ ਪੂੰਜੀ, ਆਪਣਾ ਦੌਲਤ, ਆਪਣਾ ਧਨ ਜਿਹੜਾ ਪੂਰਾ ਕਰਦੇ ਹਾਂ। ਔਰ ਇਹਦੇ ਨਾਲ ਜਿਹੜੇ ਉੱਥੇ ਸਾਡੇ ਪ੍ਰਵਾਸੀ ਭਾਰਤੀ ਬੈਠੇ ਨੇ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਹੋਊਗਾ, ਉਹ ਵੀ ਇਸ ਚਿੰਤਾ ਵਿੱਚ ਨੇ ਕਿ ਜਿਨ੍ਹਾਂ ਦਾ ਪੈਸਾ ਉਹਦੇ 'ਚ ਜਮ੍ਹਾਂ ਸੀਗਾ ਜਾਂ ਪੈਸਾ ਉਹਨਾਂ ਨੇ ਜਮ੍ਹਾਂ ਕਰਾਉਣ ਤੋਂ ਬਾਅਦ ਕਈ ਹੋਰ ਵੀ ਪ੍ਰੋਜੈਕਟ ਸ਼ੁਰੂ ਕਰਨੇ ਸੀਗੇ, ਉਹਨਾਂ ਪ੍ਰੋਜੈਕਟਾਂ ਨੂੰ ਜਿਹੜੀ ਆ ਗਿਰਾਵਟ ਵਿੱਚ ਆ ਗਏ ਔਰ ਉਹਨਾਂ ਨੂੰ ਬੜਾ ਘਾਟਾ ਪਿਆ। ਔਰ ਇਹਦੇ ਨਾਲ ਮੇਰਾ ਖਿਆਲ ਹੈ ਕਿ ਜਿਹੜਾ ਵੀ ਪੈਸਾ ਉਹਨਾਂ ਦਾ ਦਿੱਤੇ ਜਮ੍ਹਾਂ ਸੀਗਾ, ਲੱਗਿਆ ਸੀਗਾ, ਜੋ ਕੁਝ ਵੀ ਉੱਥੇ ਉਹਨਾਂ ਨੇ ਪੂੰਜੀਪਤੀ ਦੇ ਤੌਰ 'ਤੇ ਜਮ੍ਹਾਂ ਕਰਾਇਆ ਸੀਗਾ, ਉਹ ਹੁਣ ਉਹਨਾਂ ਨੂੰ ਪਤਾ ਨਹੀਂ ਕਦੋਂ ਮਿਲਣਾ, ਕਦੋਂ ਨਹੀਂ ਮਿਲਣਾ। ਔਰ ਉਹਨਾਂ ਦੇ ਬੱਚੇ ਜਿਹੜੇ ਸਕੂਲਾਂ 'ਚ ਪੜ੍ਹ ਰਹੇ ਨੇ ਜਾਂ ਉਹਨਾਂ ਦੇ ਅੱਗੇ ਆਉਣ ਵਾਲੇ ਜਿਹੜੇ ਵੀ ਪ੍ਰੋਜੈਕਟ ਆ ਜਾਂ ਜਿਹੜੇ ਬਿਜ਼ਨਸ ਆ ਉਹ ਥੋੜ੍ਹੇ ਘਾਟੇ 'ਚ ਇਸ ਕਰਕੇ ਚਲੇ ਗਏ ਕਿ ਬੈਂਕ 'ਤੇ ਨਿਰਭਰ ਹੋਣਾ ਵੀ ਇੱਕ ਬੜੀ ਵੱਡੀ ਗੱਲ ਆ ਕਿਉਂਕਿ ਇਹ ਦੇਸ਼ ਹੀ ਇੱਦਾਂ ਦਾ ਹੈਗਾ ਜਿਹਦੇ ਵਿੱਚ ਅਸੀਂ ਸਾਰਾ ਕੁਝ ਪੈਸਾ ਇਹਨਾਂ ਦੇ ਹਵਾਲੇ ਕਰ ਦਿੰਦੇ ਹਾਂ। ਸਾਡਾ ਇਹਨਾਂ ਕੋਲ ਲੋਨ ਵੀ ਲੈਂਦੇ ਹਾਂ, ਕਰਜ਼ਾ ਵੀ ਲੈਂਦੇ ਹਾਂ, ਘਰ ਬਣਾਉਣ ਲਈ ਵੀ ਅਸੀਂ ਬੜਾ ਕੁਝ ਲੈਂਦੇ ਹਾਂ, ਜਿਹਦੇ ਵਿੱਚ 25 ਤੋਂ 30 ਤੇ 30 ਸਾਲ ਤੋਂ 35 ਸਾਲ ਤੱਕ ਜਿਹੜੇ ਵੀ ਲੋਕਾਂ ਨੇ ਘਰ ਬਣਾਏ ਆ ਉਹਨਾਂ ਘਰਾਂ ਦੇ ਵਿੱਚ ਜਿਹੜਾ ਉਹਨਾਂ ਕੋਲ ਲੋਨ ਲਿਆ, ਡਾਊਨ ਪੇਮੈਂਟ 'ਤੇ ਉਹਨਾਂ ਨੇ ਘਰ ਬਣਾਉਣ ਤੋਂ ਪਹਿਲਾਂ ਉਹਨਾਂ ਨੂੰ ਜਮ੍ਹਾਂ ਕਰਾ ਦਿੱਤੀ ਤੇ ਬਾਕੀ ਜਿਹੜਾ ਲੋਨ ਸੀਗਾ ਉਹਦੀਆਂ ਕਿਸ਼ਤਾਂ ਦੇ ਰਹੇ ਸੀਗੇ ਉਹਨਾਂ ਨੂੰ। ਔਰ ਉਹ ਅਜੇ ਉਹਨਾਂ ਨੇ ਆਪਣੇ ਘਰ ਬਾਹਰ ਬਣਾ ਲੈਣੇ ਸੀਗੇ, ਬੂਹਾ ਚੰਨਾ ਬਣਾਉਣਾ ਸੀਗਾ। ਪਰ ਉਹ ਤੋਂ ਬਾਅਦ ਜਦੋਂ ਆਹ ਨਿਊਜ਼ ਸੁਣੀ ਲੋਕਾਂ ਨੇ, ਕਈ ਤਾਂ ਵਿਚਾਰੇ ਘਰੋਂ ਬੇਘਰ ਹੋ ਗਏ, ਕਈਆਂ ਦਾ ਵਿਚਾਰਿਆਂ ਦਾ ਸੜਕ 'ਤੇ ਤੁਰਨ ਦਾ ਜਿਹੜਾ ਉਹ ਕਿਆਮ ਆ ਗਿਆ, ਉਹ ਜਿਹੜਾ ਨੁਕਸਾਨ ਇਹਨਾਂ ਉਹ ਪੂਰਾ ਕਰਨਾ ਬੜਾ ਔਖਾ। ਤੇ ਇਹਦੇ ਵਿੱਚ ਖੰਨਾ ਜੀ ਸਾਡੇ ਭਾਰਤੀ ਜਿਹੜੇ ਨੇ ਇੱਥੋਂ ਦੇ ਵਸਨੀਕ, ਇਹਨਾਂ ਨੇ ਵੀ ਖਬਰ ਜਿਹੜੀ ਹੈ ਬੜੀ ਚਿੰਤਾਜਨਕ ਲੱਗੀ ਆ। ਇਹਦੇ ਵਿੱਚ ਇਹਨਾਂ ਨੂੰ ਖਦਸ਼ਾ ਹੈਗਾ ਕਿ ਜਿਹੜੇ ਸਾਡੇ ਉੱਥੇ ਪ੍ਰਵਾਸੀ ਭਾਰਤੀ ਬੈਠੇ ਨੇ ਉਹਨਾਂ ਨੂੰ ਸ਼ਾਇਦ ਇਹ ਘਾਟਾ ਪੂਰਾ ਹੋਣ ਲਈ ਬੜਾ ਟਾਈਮ ਲੱਗੂਗਾ ਕਿਉਂਕਿ ਉਹਦੇ ਵਿੱਚ ਇਹ ਹੈਗਾ ਕਿ ਜਦੋਂ ਪੈਸਾ ਤੁਹਾਡਾ ਜਿਹਦੇ ਵਿੱਚ ਗਿਆ ਹੁੰਦਾ, ਅਕਾਊਂਟ ਤੁਹਾਡਾ ਗਿਆ, ਜਿਹਦੇ ਵਿੱਚ ਤੁਹਾਡਾ ਪੈਸਾ ਲੱਗਾ ਉਹ ਗਿਆ, ਜਿਹਦੇ ਵਿੱਚ ਤੁਸੀਂ ਹੁਣ ਕਿਉਂ ਦਿਵਾਲੀਆਪਨ ਹੋ ਗਿਆ, ਦਿਵਾਲੀਆਪਨ ਤਾਂ ਤੁਸੀਂ ਉਹਨਾਂ ਤੋਂ ਕੁਝ ਨਹੀਂ ਲੈ ਸਕਦੇ। ਦਿਵਾਲੀਆਪਨ ਇੱਦਾਂ ਦਾ ਕੋਈ ਉਹਦੀ ਪ੍ਰੋਪਰਟੀ ਜਿਹੜੀ ਹੈਗੀ ਉਹ ਗੌਰਮੈਂਟ ਦੇ ਹੱਥਾਂ 'ਚ ਆ ਜਾਣੀ ਹੈ। ਗੌਰਮੈਂਟ ਉਹਨੂੰ ਨਿਲਾਮ ਵੀ ਕਰ ਸਕਦੀ ਹੈ, ਉਹਨੂੰ ਜਿੱਦਾਂ ਆਪਣੇ ਚਿੱਟ ਫੰਡ ਸੀਗਾ ਇੱਕ ਇੱਦਾਂ ਦਾ, ਉਹਨਾਂ ਨੇ ਕਲੀਨ ਚਿੱਟ ਉਹਨਾਂ ਨੂੰ ਦਿੱਤੀ ਸੀ ਪਹਿਲਾਂ ਕਾਂਗਰਸ ਨੇ, ਪਰ ਉਦੋਂ ਪਹਿਲਾਂ ਬਾਅਦ ਹੁਣ ਸਰਕਾਰ ਨੇ ਉਹਦੇ 'ਤੇ ਫਿਰ ਉਹਨਾਂ ਦਾ ਜਿਹੜਾ ਡਾਇਰੈਕਟਰ ਸੀਗਾ ਉਹਨੂੰ ਗ੍ਰਿਫਤਾਰ ਕਰ ਲਿਆ। ਉਹਨਾਂ ਦੀ ਪ੍ਰਾਪਰਟੀ ਜਿਹੜੀ ਆ ਉਹ ਨਿਲਾਮ ਹੋਊਗੀ। ਜਦੋਂ ਬੈਂਕ ਦਾ ਦਿਵਾਲੀਆਪਨ ਹੋ ਜਾਂਦਾ ਤਾਂ ਪ੍ਰਾਪਰਟੀ ਨਿਲਾਮ ਹੋ ਜਾਂਦੀ ਹੈ। ਜਿਹੜੇ ਲੋਨ ਨਹੀਂ ਦੇ ਰਹੇ ਉਹਨਾਂ ਦੀ ਪ੍ਰਾਪਰਟੀ ਵੀ ਜਿਹੜੀ ਆ ਉਹ ਨਿਲਾਮੀ 'ਤੇ ਆ ਜਾਂਦੀ ਹੈ, ਉਹਦੀ ਬੋਲੀ ਹੋ ਜਾਂਦੀ ਹੈ। ਐਗਜ਼ੈਕਟਲੀ ਜੀ। ਸੋ ਗੱਲ ਤਾਂ ਇਹੀ ਹੈ ਕਿ ਕਿਉਂਕਿ ਪਹਿਲਾਂ ਵੀ ਅਸੀਂ ਜਦੋਂ ਦੇਖਦੇ ਹਾਂ ਪਿਛਲਾ ਦਹਾਕਾ 2010 ਤੋਂ ਪਹਿਲਾਂ ਦਾ ਲੇਮਨ ਬ੍ਰਦਰਸ ਦਾ ਜਿਹੜਾ ਬੈਂਕ ਹੈ ਉਹ ਡੁੱਬਿਆ ਔਰ ਪੂਰੀ ਇਕਨੋਮੀ ਕਿੱਦਾਂ ਸ਼ਫਲ ਹੋਈ। ਔਰ ਇਹ ਵੀ ਇੱਕ ਜਿੱਦੋਂ ਕਹਿੰਦੇ ਵੱਡਾ ਹਾਥੀ ਹੈ, ਤਾਂ ਇਹ ਵੀ ਹੁਣ ਡੁੱਬਿਆ ਹੈ। ਅਸਰ ਤੇ ਇਹਦਾ ਪੈਣਾ ਹੀ ਪੈਣਾ। ਵੈਸੇ ਇੱਕ ਗੱਲ ਹੈਗੀ ਆ, ਜੈਸੇ ਜਦੋਂ ਆਪਾਂ ਡਾਲਰ ਕਮਾਉਂਦੇ ਹਾਂ, ਜਦੋਂ ਪਾਊਂਡ ਕਮਾਉਂਦੇ ਉਹਨੂੰ ਅਸੀਂ ਮਲਟੀਪਲਾਈ ਆਪਣੇ ਇੰਡੀਅਨ ਕਰੰਸੀ ਨਾਲ ਕਰਦੇ ਹਾਂ। ਹਾਂਜੀ, ਮੰਨ ਲਓ ਜੇ 60 ਰੁਪਏ ਉੱਥੇ ਆ ਤਾਂ ਅਸੀਂ ਜੇ $5 ਉਹਨਾਂ ਨੇ ਕਮਾਇਆ ਤਾਂ ਆਪਾਂ ਕਹਿੰਦੇ 300 ਰੁਪਈਆ ਹੋ ਗਿਆ। ਅਸੀਂ ਉਹਨੂੰ ਕੈਲਕੂਲੇਟ ਕਰ ਲੈਂਦੇ ਇੱਥੇ। ਪਰ ਸਾਡੀਆਂ ਬੈਂਕਾਂ ਵੀ ਮਰਜ ਹੋ ਰਹੀਆਂ ਇੱਕ ਦੂਜੀ ਬੈਂਕ ਦੇ ਵਿੱਚ। ਮਸ਼ੀਨਰੀ ਆਉਣ ਨਾਲ ਵੀ ਜਿਹੜੀ ਮੈਨ ਪਾਵਰ ਆ ਉਹ ਗਈ ਘੱਟ, ਜਿਹਦੇ ਵਿੱਚ ਮਸ਼ੀਨਾਂ ਨੋਟ ਗਿਣਦੀਆਂ, ਮਸ਼ੀਨਾਂ ਤੁਹਾਡੇ ਜਿਹੜੀ ਕਾਪੀ ਆ ਉਹ 'ਚ ਐਂਟਰੀ ਕਰਦੀਆਂ
ਬੈਂਕਾਂ ਦੇ ਵਿੱਚ ਜਿਹੜੇ ਆ ਉਹ ਮੈਨੂਅਲ ਕੰਮ ਕਰਨ ਵਾਲਾ ਉਹ ਕੰਮ ਗਿਆ। ਜਿੱਥੇ ਰਜਿਸਟਰ ਲੱਗੇ ਸੀ ਰਜਿਸਟਰਾਂ 'ਚ ਨਹੀਂ, ਹੁਣ ਤਾਂ ਆ ਗਿਆ ਉਹਦੇ 'ਤੇ ਐਪ 'ਤੇ ਆ ਗਿਆ। ਤੁਸੀਂ ਪੈਸਾ ਜਮ੍ਹਾਂ ਕਰਾਉਣਾ ਔਨਲਾਈਨ ਕਰਾ ਦਿਓ, ਗੂਗਲਸ ਦੇ ਰਾਹੀਂ ਕਰਾ ਦਿਓ, ਪੇਮੈਂਟ ਹੋ ਰਹੀ ਹੈ ਨਾ, ਜਿਹਦੇ ਵਿੱਚ ਬਾਕੀ ਪੇਈ ਜਿਹੜੇ ਹੈਗੇ ਉਹ ਇੱਥੋਂ ਹੀ ਕਰ ਦਿੰਦੇ ਆ। ਚੈੱਕ ਵੀ ਜਿਹੜੇ ਇਸ ਤਰ੍ਹਾਂ ਜਾ ਰਹੇ ਆ, ਔਰ ਇਹਦੇ ਨਾਲ ਬੈਂਕਾਂ ਮਰਜ ਹੋ ਗਈਆਂ ਇੱਕ ਦੂਜੇ 'ਚ। ਅਕਾਊਂਟ ਜਿਹੜੇ ਇੱਕ ਬੈਂਕ ਤੋਂ ਗਈ ਦੂਜੀ ਬੈਂਕ ਦੇ ਵਿੱਚ ਅਕਾਊਂਟ ਆ ਗਿਆ। ਹੁਣ ਜਿਹੜੇ ਵਿਚਾਰੇ ਕੰਮ ਕਰਦੇ ਸੀ ਉਹਨਾਂ ਦੀਆਂ ਤਨਖਾਹਾਂ ਵੀ ਘਟ ਗਈਆਂ, ਉਹਨਾਂ ਦੀ ਪੈਨਸ਼ਨੇਬਲ ਜੋਬ ਵੀ ਨਹੀਂ ਰਹੀ, ਔਰ ਉਦੋਂ ਪਹਿਲਾਂ ਇਹਨਾਂ ਨੇ ਸਟ੍ਰਾਈਕਾਂ ਵੀ ਕੀਤੀਆਂ। ਅਸੀਂ ਜਿਹੜੀ ਗੱਲ ਆ ਹੁਣ ਅਮਰੀਕਾ ਇੰਨਾ ਵੱਡਾ ਦੇਸ਼ ਆ, ਸੁਪਰ ਕੰਟਰੀ ਆ, ਔਰ ਇੰਨਾ ਸਟੇਟਸ ਉਹਦਾ ਅੱਛਾ ਹੈ, ਉੱਥੇ ਵੀ ਬੈਂਕਾਂ ਦਾ ਇਹੋ ਹੀ ਹਾਲ ਹੋ ਗਿਆ। ਇੱਕ ਬੈਂਕ ਨਹੀਂ ਕਈ ਬੈਂਕਾਂ ਪਹਿਲਾਂ ਵੀ ਇੱਦਾਂ ਹੀ ਦਿਵਾਲੀਆਪਨ ਹੋਇਆ ਉਹਨਾਂ ਦਾ। ਅਤੇ ਉਹਦੇ ਵਿੱਚ ਇਹ ਜਿਹੜੀ ਗੱਲ ਅਸੀਂ ਸੋਚਦੇ ਹਾਂ ਕਿ ਜੇ ਸਾਡੇ ਦੇਸ਼ 'ਚ ਇਕੱਲੇ ਨਹੀਂ ਹੈਗੀ, ਬਾਹਰਲੇ ਜੇ ਵੱਡੇ ਦੇਸ਼ 'ਚ ਇੱਦਾਂ ਦੇ ਦੇਸ਼ ਨਾਲ ਜੇ ਵਾਪਰਦੀ ਹੈ ਤਾਂ ਫਿਰ ਸਾਡੇ ਲਈ ਤਾਂ ਇੱਕ ਨਗੂਣੀ ਦੀ ਗੱਲ ਹੁੰਦੀ। ਫਿਰ ਸਾਡਾ ਦੇਸ਼ ਹੀ ਇੱਦਾਂ ਦਾ ਅੱਗੇ, ਅਸੀਂ ਤਾਂ ਹੈ ਹੀ ਗਰੀਬੀ 'ਚੋਂ ਨਿਕਲੇ ਹਾਂ, ਅਸੀਂ ਜਹਾਲਤ 'ਚੋਂ ਨਿਕਲੇ ਹਾਂ। ਔਰ ਉਸ ਕੰਟਰੀ 'ਚ ਇੱਦਾਂ ਦਾ ਵਾਕਿਆ ਸੁਣਨ ਤੋਂ ਬਾਅਦ ਸਾਡੇ ਦਰਸ਼ਕ ਬੜੇ ਚੁਕੰਨੇ ਹੋ ਜਾਂਦੇ ਆ ਕਿ ਵਾਕਈ ਬੈਂਕਾਂ 'ਤੇ ਵੀ ਨਿਰਭਰ ਹੋਣਾ, ਯਕੀਨਨ ਤੌਰ 'ਤੇ ਉਹਨਾਂ ਨਾਲ ਸਾਰਾ ਕੁਝ ਕਰਨਾ, ਟ੍ਰਾਂਸਫਰ ਕਰਨਾ ਪੈਸਾ ਵੀ ਔਖਾ ਹੁੰਦਾ। ਕੁਝ ਬੈਂਕਾਂ ਨੇ ਇੱਥੇ ਵੀ ਕਿਹਾ ਕਿ ਜੇ ਲੋਕਰ ਟੁੱਟ ਗਿਆ, ਜੇ ਪੈਸੇ ਗਏ, ਜੇ ਅਕਾਊਂਟ 'ਚ ਬੈਂਕ ਡਕੈਤੀ ਹੋ ਗਈ ਤਾਂ ਅਸੀਂ ਤੁਹਾਨੂੰ 1.5 ਜਾਂ 2 ਲੱਖ ਤੋਂ ਵੱਧ ਨਹੀਂ ਦੇ ਸਕਦੇ, ਬਾਕੀ ਤੁਹਾਡਾ ਗਿਆ ਪਾਣੀ 'ਚ ਪੈਸਾ। ਇਹ ਹੁੰਦਾ, ਇਹ ਆਪਣੇ ਬੈਂਕਾਂ 'ਚ ਵੀ ਇਹੀ ਹਾਲ ਆ, ਉੱਧਰ ਵੀ ਇਹੀ ਹਾਲ ਹੋ ਗਿਆ। ਕਸਟਮਰ ਜਾਂ ਲੋਕ ਜਿਹੜੇ ਵਿਚਾਰੇ ਪੈਸਾ ਕਮਾਉਂਦੇ ਆ, ਧਨ ਕਮਾਉਣਾ ਸੌਖਾ ਨਹੀਂ, ਕਮਾਈ ਕਰਨੀ ਬਹੁਤ ਔਖੀ ਆ, ਉਹ ਵਿਚਾਰੇ ਕਿੱਥੇ ਜਾਣਗੇ, ਕੀ ਕਰਨਗੇ? ਉਹ ਵੀ ਲੁੱਟੇ ਗਏ, ਫਿਰ ਘਰੇ ਬੈਠੇ ਲੁੱਟੇ ਗਏ, ਉਹਨਾਂ ਵੱਲ ਵੀ ਡਾਕਾ ਹੀ ਪੈ ਗਿਆ ਇੱਕ ਤਰ੍ਹਾਂ ਦਾ। ਇਹ ਸਾਰੇ ਲੋਕਾਂ ਲਈ ਜਿਹੜਾ ਨੁਕਸਾਨ ਹੁੰਦਾ, ਇਹਨੂੰ ਭਰਨਾ ਬੈਂਕਾਂ ਦਾ ਅਖਤਿਆਰ ਹੈ। ਬੈਂਕਾਂ ਨੂੰ ਉਹਨਾਂ ਦਾ ਖਿਆਲ ਰੱਖਣਾ ਚਾਹੀਦਾ ਲੋਕਾਂ ਨੂੰ। ਇੰਡੀਅਨ ਬੈਂਕਾਂ ਨੂੰ ਵੀ ਇਹੀ ਚਾਹੀਦਾ ਹੈਗਾ, ਬਾਹਰਲੀਆਂ ਬੈਂਕਾਂ ਤੋਂ ਵੀ ਇੱਦਾਂ ਹੀ ਹੋਣਾ ਚਾਹੀਦਾ। ਉਹਦੇ ਵਿੱਚ ਕੰਡੀਸ਼ਨਾਂ ਹੋਣੀਆਂ ਚਾਹੀਦੀਆਂ, ਜਿੱਦਾਂ ਇੰਸ਼ੋਰੈਂਸ ਕੰਪਨੀ ਹੈਗੀ, ਜਦੋਂ ਗੱਡੀ ਦਾ ਇੰਸ਼ੋਰੈਂਸ ਕਰਵਾ ਲਿਆ ਤੁਸੀਂ, ਗੱਡੀ ਚੁੱਕੀ ਗਈ, ਕਿਤੇ ਵੱਜ ਗਈ, ਜਿੱਥੇ ਕਿਤੇ ਤਾਕੀ ਟੁੱਟ ਗਈ ਹੈ ਨਾ, ਜੇ ਕੁਝ ਨੁਕਸਾਨ ਹੋ ਗਿਆ ਤਾਂ ਬੈਂਕ ਨੇ ਭਰਨਾ ਗਾ। ਤੁਸੀਂ ਉਹਨਾਂ ਨੂੰ ਫੋਟੋ ਦਿਖਾ ਦਿੱਤੀ, ਆਹ ਵਾਕਿਆਤ ਹੋ ਗਿਆ, ਇੱਥੇ ਗੱਡੀ ਖੜੀ ਸੀ, ਇੱਥੋਂ ਆ ਗਿਆ, ਉਹਨਾਂ ਨੇ ਵੇਖ ਕੇ ਵੀਡੀਓ 'ਤੇ ਤੁਹਾਡਾ ਸਾਰਾ ਕੁਝ ਜਿਹੜਾ ਨੁਕਸਾਨ ਆ ਭਰ ਦੇਣਾ। ਬੈਂਕਾਂ ਨੂੰ ਇਸ ਤਰ੍ਹਾਂ ਚਾਹੀਦਾ ਤਾਂ ਕਿ ਲੋਕ ਵਿਚਾਰੇ ਇੱਥੋਂ ਤੱਕ ਨੁਕਸਾਨ ਨਾ ਦੇਖੋ। ਨੁਕਸਾਨ ਤੇ ਹੋਏਗਾ ਜੀ, ਜੇ ਹੁਣ ਇਹਦਾ ਦਹਿਸ਼ਤ ਫੈਲੀ ਹੋਈ ਹੈ, ਇਸ ਦਹਿਸ਼ਤ ਦਾ ਕੋਈ ਨਾ ਕੋਈ ਨਤੀਜਾ ਤਾਂ ਨਿਕਲੇਗਾ। ਸੋ ਆਪਾਂ ਅੱਗੇ ਵਧੀਏ ਜੀ, ਕਿਉਂਕਿ ਇਹਦੇ ਵਿੱਚ ਕੋਈ ਵੀ ਕੁਝ ਨਹੀਂ ਕਰ ਸਕਦਾ। ਇਹ ਤੇ ਜਿਹੜੀ ਵੱਡੇ ਕਿਉਂਕਿ ਫਾਈਨੈਂਸ਼ੀਅਲ ਸਿਸਟਮ ਇੰਨਾ ਕੰਪਲੈਕਸ ਹੈ, ਆਮ ਜਨਤਾ ਨੂੰ ਸਮਝ ਨਹੀਂ ਆਉਂਦਾ ਕਿ ਹੈ ਕੀ ਹੈ। ਸਿੰਪਲ ਬੈਂਕ ਦੇ ਛੋਟੇ ਕਾਗਜ਼ ਹੀ ਸਮਝ ਨਹੀਂ ਆਉਂਦੇ, ਉਹ ਵੀ ਇੱਕ ਐਕਸਪਰਟ ਚਾਹੀਦਾ ਤੁਹਾਨੂੰ ਦੱਸਣ ਵਾਸਤੇ, ਅਦਰਵਾਈਜ਼ ਤੁਹਾਨੂੰ ਕੱਖ ਪਤਾ ਨਹੀਂ ਲੱਗਦਾ। ਹੁਣ ਇਹ ਤੇ ਇੱਕ ਬਹੁਤ ਵੱਡਾ ਮਸਲਾ ਹੈ, ਇਹ ਤੇ ਐਕਸਪਰਟਸ ਨੂੰ ਪਤਾ ਹੈ ਕਿ ਕਿੱਦਾਂ ਇਹਦੇ ਉੱਤੇ ਇਕਨੋਮੀ ਵੀ ਡਿਪੈਂਡ ਕਰੇਗੀ, ਇਹਦੇ ਉੱਤੇ ਸ਼ੇਅਰ ਮਾਰਕੀਟ ਵੀ ਡਿਪੈਂਡ ਕਰੇਗੀ, ਕਿਉਂਕਿ ਇਹਨਾਂ ਇੰਡਸਟਰੀਜ਼ ਦੇ ਸ਼ੇਅਰ ਵੀ ਲੱਗੇ ਹੁੰਦੇ ਨੇ। ਸੋ ਹਰ ਚੀਜ਼ ਮਤਲਬ ਹਰ ਸੈਕਟਰ ਦੇ ਉੱਤੇ ਅਸਰ ਪੈਣਾ, ਬਿਕੋਜ਼ ਟੈਕਨੋਲੋਜੀ ਇੰਡਸਟਰੀ ਹੈ, ਟੈਕਨੋਲੋਜੀ ਸਾਇੰਸ ਐਂਡ ਟੈਕਨੋਲੋਜੀ ਚਾਹ ਕੇ ਲੋਕਾਂ ਨਾਲ ਇਹ ਤਾਂ ਹੁੰਦਾ ਨਾ ਧੋਖਾ। ਹੁਣ ਜੇ ਤੁਸੀਂ ਲੋਨ ਲੈਣਾ ਨਾ, ਜੇ ਕਾਰਪੋਰੇਟ ਕਿਸੇ ਵਿਅਕਤੀ ਨੇ ਉੱਧਰੋਂ ਲੈਣਾ, ਉਹਨਾਂ ਦਾ ਆ ਗਿਆ ਲੋਨ ਦਾ ਕੇਸ, ਉਹਦੇ 'ਚ ਉਹਨਾਂ ਨੇ ਫੌਰੀ ਤੌਰ 'ਤੇ ਲੋਨ ਸੈਂਕਸ਼ਨ ਕਰ ਦੇਣਾ। ਤੁਸੀਂ ਲੋਨ ਲੈਣਾ, ਹਾਊਸ ਲੋਨ ਲੈਣਾ ਜਾਂ ਵਹੀਕਲ ਲੋਨ ਲੈਣਾ, ਤੁਹਾਡੇ ਲਈ 36 ਤਰ੍ਹਾਂ ਦੇ ਕਾਗਜ਼ ਹੋਣਗੇ। ਆਧਾਰ ਕਾਰਡ ਹੋਊਗਾ, ਪੈਨ ਕਾਰਡ ਹੋਊਗਾ, ਤੁਹਾਡੇ ਬਾਕੀ ਰੈਜ਼ੀਡੈਂਸ਼ੀਅਲ ਪ੍ਰੂਫ ਹੋਊਗਾ, ID ਹੋਊਗੀ, ਤੁਹਾਡੇ ਫੋਟੋ ਹੋਣਗੀਆਂ, ਤੁਹਾਡੀ ਫੈਮਿਲੀ ਦਾ ਗਰੁੱਪ ਫੋਟੋ ਹੋਊਗੀ, ਤੁਹਾਡੇ 'ਤੇ ਸਾਰਾ ਗਵਾਹੀਆਂ ਹੋਣਗੀਆਂ, ਵਿਟਨੈਸ ਵੀ ਲੈਣਗੇ, ਔਰ ਉਹ ਬੰਦੇ ਆਉਣਗੇ ਤੁਹਾਡੇ ਨਾਲ। ਤੁਹਾਡੇ 'ਤੇ ਜਦੋਂ ਲੋਨ ਲੈਣਾ ਉਦੋਂ ਇੰਨੀਆਂ ਕੰਡੀਸ਼ਨਾਂ ਹੋਣਗੀਆਂ, ਜਦੋਂ ਉਹਨਾਂ ਨੇ ਕਾਰਪੋਰੇਟ ਨੂੰ ਲੋਨ ਦੇਣਾ ਜਾਂ ਕਰਜ਼ਾ ਦੇਣਾ, ਉਹਦੇ 'ਤੇ ਕੋਈ ਇੱਦਾਂ ਦੀ ਕੰਡੀਸ਼ਨ ਨਹੀਂ, ਕੋਈ ਸ਼ਰਤ ਨਹੀਂ, ਸਿੱਧੇ ਤੌਰ 'ਤੇ ਉਹਨਾਂ ਨੂੰ ਦਿੱਤਾ ਜਾ ਸਕਦਾ। ਔਰ ਇਹਦੇ ਵਿੱਚ ਇਹੀ ਹੋਗਾ ਕਿ ਜਿਹੜਾ ਆਮ ਬੰਦਾ, ਜਿਹੜਾ ਆਮ ਨਾਗਰਿਕ ਆ, ਉਹ ਹਰ ਜਗ੍ਹਾ ਹੀ ਪਿਸਦਾ, ਹਰ ਜਗ੍ਹਾ ਹੀ ਨੁਕਸਾਨ ਉਠਾਉਂਦਾ। ਇਹ ਪਤਾ ਨਹੀਂ ਕਿਹੜੇ ਦੇਸ਼ਾਂ ਦੀ ਗੱਲਾਂ ਹੈਗੀਆਂ, ਵੱਡੇ ਦੇਸ਼ਾਂ 'ਚ ਵੀ ਹੈਗਾ, ਆਪਣੇ 'ਚ ਵੀ ਹੈਗੀ ਆ ਨਕਲ। ਅਸੀਂ ਬਾਹਰਲੇ ਦੇਸ਼ਾਂ ਦੀ ਮਾਰਦੇ ਹਾਂ, ਪਰ ਅਸੀਂ ਉਹ ਉਨੀ ਗਰੀਬੀ ਹੋਰ ਪਾਸੇ ਹੋ ਗਿਆ। GST ਲੱਗ ਗਿਆ, ਕੋਈ ਸਹੂਲਤ ਨਹੀਂ, ਟੈਕਸ ਦੇਈ ਜਾਓ ਤੇ ਬਸ। ਮੁਕਤੀ ਗੱਲ ਇਹ ਹੈ ਬਲਕਾਰ ਜੀ ਕਿ ਸਰਕਾਰ ਨੂੰ ਪੈਸੇ ਦੇਣੇ ਹੋਣ, ਸਹੀ ਗੱਲ, ਜਾਂ ਸਰਕਾਰ ਤੋਂ ਪੈਸੇ ਲੈਣੇ ਹੋਣ, ਲਾਈਨ ਦੇ ਵਿੱਚ ਜਨਤਾ ਨੂੰ ਹੀ ਲੱਗਣਾ ਪੈਣਾ। ਚਲੋ ਆਪਾਂ ਤੁਹਾਡੇ ਟੈਸਟ ਹੋਣਗੇ, ਜਦੋਂ ਤੁਸੀਂ ਪੈਸੇ ਕਢਾਉਂਦੇ ਸੈਨ ਟੈਸਟ ਹੋਣਗੇ, ਜਦੋਂ ਜਮ੍ਹਾਂ ਕਰਾਉਂਦੇ ਤਾਂ ਕੋਈ ਟੈਸਟਿੰਗ ਨਹੀਂ, ਉਹ ਸਿੱਧੇ ਜਮ੍ਹਾਂ ਜੀ। ਅੱਗੇ ਵਧੀਏ ਜੀ। ਸ਼ੀ ਜਿਨਪਿੰਗ ਤੀਸਰੀ ਵਾਰ ਚੀਨ ਦੇ ਬਣ ਗਏ ਨੇ ਪ੍ਰੈਜ਼ੀਡੈਂਟ, ਤੇ ਹੁਣ ਰਾਸ਼ਟਰਪਤੀ ਸਾਹਿਬ ਜਦੋਂ ਬਣੇ, ਤੇ ਅਮਰੀਕਾ ਨੂੰ ਕਿਉਂ ਚਿੰਤਾ ਇਸ ਗੱਲ ਦੀ? ਇਹ ਚਿੰਤਾ ਇਸ ਗੱਲ ਦੀ ਹੈ ਕਿ ਤੀਜੀ ਵਾਰ ਜਿਹੜੀ ਫਿਰ ਤਾਕਤ 'ਚ ਆਉਣਾ, ਫਿਰ ਉਸੇ ਤਖਤ 'ਤੇ ਬੈਠੇ ਰਹਿਣਾ। ਕਮਿਊਨਿਜ਼ਮ ਦੀ ਇਹ ਬੜੀ ਵੱਡੀ ਜਿਹੜੀ ਜਿੱਤ ਆ, ਜਿਹਦੇ ਵਿੱਚ ਰਸ਼ੀਆ ਦੀ ਤੁਸੀਂ ਗੱਲ ਕੀਤੀ, ਰਸ਼ੀਆ 'ਚ ਵੀ ਇਹੀ ਹੈ, ਰਸ਼ੀਆ ਇਹਦੀ ਪੈਰਵਾਈ ਕੀਤੀ ਹੈ। ਹੁਣ ਤੇ ਇਹ ਦੋਵੇਂ ਕਮਿਊਨਿਸਟ ਨਹੀਂ ਰਹਿ ਗਏ, ਇਹ ਦੋਵੇਂ ਕੈਪੀਟਲਿਸਟ ਨੇ। ਕੱਪੜੇ ਜ਼ਰੂਰ ਕਮਿਊਨਿਸਟ ਦੇ ਪਾਏ ਹੋਏ ਨੇ। ਔਰ ਸ਼ੀ ਜਿਨਪਿੰਗ ਕੁਝ ਵੱਡਾ ਕਰਨਾ ਚਾਹੁੰਦੇ ਨੇ ਆਪਣੇ ਜਾਣ ਤੋਂ ਪਹਿਲਾਂ, ਕਿ ਤਾਈਵਾਨ ਨੂੰ ਇਹ ਚੀਨ ਵਿੱਚ ਮਿਲਾਉਣਾ ਚਾਹੁੰਦੇ ਨੇ। ਪੁਰਾਣੇ ਪੁਰਾਣਾ ਜਿਹੜਾ ਨਕਸ਼ਾ ਹੈ ਨਾ ਡਰੈਗਨ ਦਾ, ਉਹਦੇ ਮੁਤਾਬਿਕ ਇਹ ਕੁਝ ਵੱਡਾ ਕਰਨਾ ਚਾਹੁੰਦੇ ਨੇ। ਇਸ ਕਰਕੇ ਵੀ ਸ਼ਾਇਦ ਅਮਰੀਕਾ ਦੇ ਨੀਤੀਵਾਨ ਘਬਰਾਏ ਹੋਏ ਨੇ।
ਪਹਿਲਾਂ ਵੀ ਆਪਾਂ ਗੱਲ ਕੀਤੀ ਕਿ ਚਾਈਨਾ ਤੇ ਪਲੱਸ ਪਾਕਿਸਤਾਨ ਇਹਨਾਂ ਦੋਵਾਂ ਨੇ ਮਿਲ ਕੇ ਇੱਕ ਗੱਠਜੋੜ ਬਣਾਇਆ ਸੀਗਾ, ਜਿਹਦੇ ਵਿੱਚ ਇਹਨਾਂ ਨੇ ਕਿਹਾ ਸੀ ਕਿ ਅਸੀਂ ਇੰਡੀਆ ਨਾਲ ਫਿਰ ਯੁੱਧ ਦਾ ਐਲਾਨ ਕਰ ਸਕਦੇ ਹਾਂ, ਕਿਉਂਕਿ ਇਹਦੇ ਵਿੱਚ ਕੁਝ ਜਗ੍ਹਾ ਜਿਹੜੀ ਹੈਗੀ ਹੈ ਇੰਡੀਆ ਦੇ ਕੋਲ ਸਾਡੀ ਹੈ। ਔਰ ਇੰਡੀਆ ਦੇ ਵਿੱਚ ਜਦੋਂ 1962 ਦੇ ਵਿੱਚ ਜੰਗ ਹੋਇਆ, ਉਹਦੇ ਵਿੱਚ ਸਾਡੇ ਕੋਲ ਦੇ ਨੇਪਾਲ, ਲਦਾਖ ਤੇ ਕੁਝ ਏਰੀਏ ਦੀ ਜਿਹੜੀ ਜਗ੍ਹਾ ਹੈਗੀ ਹੈ ਸਾਡੇ ਕੋਲ ਆ। ਉਦੋਂ ਬਾਅਦ ਫੌਰੀ ਤੌਰ ਤੇ ਜੈਸ਼ੰਕਰ ਜਿਹੜੇ ਸਾਡੇ ਵਿਦੇਸ਼ ਮੰਤਰੀ ਨੇ ਤੇ ਇਹਨਾਂ ਦੇ ਜਿਹੜੇ ਵਿਦੇਸ਼ ਮੰਤਰੀ ਆ, ਦੋਵਾਂ ਨੇ ਮਿਲ ਕੇ ਇੱਕ ਬਹੁਤ ਵੱਡੀ ਮੀਟਿੰਗ ਕੀਤੀ। ਮੀਟਿੰਗ ਦੇ ਵਿੱਚ ਇਹਨਾਂ ਨੇ ਐਲਾਨ ਕੀਤਾ ਕਿ ਇਹਦੇ ਵਿੱਚ ਜੇ ਰੋਲ ਅਦਾ ਕਰ ਸਕਦਾ ਤਾਂ ਅਮਰੀਕਾ ਕਰ ਸਕਦਾ, ਉਹ ਦੋਵਾਂ ਕੰਟਰੀਆਂ ਨੂੰ ਸਮਝਾ ਸਕਦਾ। ਔਰ ਇਹਦੇ ਵਿੱਚ ਸਾਲਸ ਜਿਹਨੂੰ ਰੱਖਦੇ ਆ ਕਿ ਜਿੱਦਾਂ ਗਵਾਹ ਰੱਖਣ ਦਾ ਮਤਲਬ ਉਹਨਾਂ ਨੇ ਅਮਰੀਕਾ ਨੂੰ ਰੱਖਿਆ। ਔਰ ਜਿੰਨੀ ਚੜ੍ਹੋ ਖੱਤੀ ਚਾਈਨਾ ਇੰਡੀਆ ਤੇ ਕਰਦਾ, ਉਨੀ ਪਾਕਿਸਤਾਨ ਵੀ ਨਾਲ ਹੀ ਕਰ ਦਿੰਦਾ, ਕਿਉਂਕਿ ਪਾਕਿਸਤਾਨ ਤੇ ਚਾਈਨਾ ਦੀ ਤੇ ਰਸ਼ੀਆ ਦੀ ਇੱਕੋ ਹੀ ਗੱਲ ਹੈ। ਔਰ ਇਹਨਾਂ ਦਾ ਗੱਠ ਜੋੜਾ, ਇਹਨਾਂ ਦਾ ਬੜਾ ਵੱਡਾ ਜਿਹੜਾ ਮੇਲ ਮਿਲਾਪ ਆਪਸੀ। ਔਰ ਇਹ ਸਾਡੀਆਂ ਸਰਹੱਦਾਂ ਦੇ ਨਾਲ ਵੀ ਲੱਗੇ ਪਏ ਆ, ਰਸ਼ੀਆ ਤੋਂ ਵੀ ਆ, ਚਾਈਨਾ ਦਾ ਵੀ ਨਾਲ ਲੱਗਦਾ, ਪਾਕਿਸਤਾਨ ਵੀ ਇਹਦੇ ਨਾਲ ਲੱਗਾ। ਔਰ ਦਿਨ ਦਿਹਾੜੇ ਬਹੁਤ ਵਾਰੀ ਇੱਥੇ ਨੁਕਸਾਨ ਹੁੰਦਾ, ਗੋਲੀਬਾਰੀ ਹੁੰਦੀ ਆ, ਬਹੁਤ ਬੱਚੇ ਬੜੇ ਜਿਹੜੇ ਸਾਡੇ ਉੱਥੇ ਵਿਦੇਸ਼ੀ 'ਚ ਗਏ ਨੇ ਲੋਕ, ਉਹ ਵੀ ਤੰਗ ਹੁੰਦੇ ਆ, ਤੇ ਜਿਹੜੇ ਸਾਡੇ ਫੌਜੀ ਆ ਉਹ ਵੀ ਮਾਰੇ ਜਾਂਦੇ ਆ। ਔਰ ਇਹਦੇ ਵਿੱਚ ਇਹ ਗੱਲ ਹੈਗੀ ਆ ਕਿ ਯੁੱਧ ਨੂੰ ਨਾ ਟਾਲਣ ਵਾਲੀ ਗੱਲ ਹੀ ਹੈ ਕਿ ਸ਼ੀ ਜਿਨਪਿੰਗ ਨੇ ਅੱਗੇ ਵੀ ਕਿਹਾ ਸੀਗਾ ਕਿ ਅਸੀਂ ਯੁੱਧ ਕਦੇ ਵੀ ਕਰ ਸਕਦੇ ਹਾਂ। ਔਰ ਇਹਦੇ ਵਿੱਚ ਖਤਰਾ ਜਿਹੜਾ ਮੰਡਲਾ ਰਿਹਾ, ਜਿਹੜੀ ਖਤਰੇ ਦੀ ਘੰਟੀ ਵੱਜ ਰਹੀ ਹੈ, ਉਹ ਇੰਡੀਆ ਦੇ ਸਿਰ 'ਤੇ ਫਿਰ ਦੁਬਾਰਾ ਹੈਗੀ ਆ। ਔਰ ਇਹਨਾਂ ਨੇ ਫਿਰ ਜਦੋਂ ਮੋਦੀ ਸਾਹਿਬ ਜਾਣਗੇ ਔਰ ਬਾਈਡਨ ਸਾਹਿਬ ਨੂੰ ਮਿਲਣਗੇ, ਉਹਨਾਂ ਨੂੰ ਕਹਿਣਗੇ ਕਿ ਜਿਹੜਾ ਹੁਣ ਇਹਨੂੰ ਖਤਰੇ ਨੂੰ ਟਾਲ ਦਿਓ। ਤੇ ਪਹਿਲਾ ਖਤਰਾ ਤਾਂ ਜੇ ਯੂਕਰੇਨ ਦਾ ਤੇ ਰਸ਼ੀਆ ਦਾ ਅਜੇ ਨਹੀਂ ਟਲਿਆ, ਉਹਦੇ ਵਿੱਚ ਉਸੇ ਤਰ੍ਹਾਂ ਦਾ ਸਾਰਾ ਹਥਿਆਰਬੰਦ ਹੋਇਆ। ਬਾਈਡਨ ਸਾਹਿਬ ਨੇ ਕਹਿਤਾ ਸੀ ਕਿ ਅਸੀਂ ਜੋ ਕੁਛ ਅਮਦਾਦ ਦੇ ਤੌਰ 'ਤੇ ਮਿਜ਼ਾਈਲਾਂ ਵੀ ਦੇਵਾਂਗੇ, ਬੰਬਾਰਮੈਂਟ ਵੀ ਕਰਵਾਵਾਂਗੇ, ਪਰਮਾਣੂ ਬੰਬ ਵੀ ਦੇ ਸਕਦੇ ਹਾਂ, ਬੜਾ ਕੁਝ ਦੇ ਸਕਦੇ ਹਾਂ, ਪਰ ਇਹਦੇ ਵਿੱਚ ਜੇ ਰਸ਼ੀਆ ਆਪਣੇ ਤਰੀਕੇ ਨਾਲ ਮੋੜਾ ਪਾ ਦੇਵੇ ਤੇ ਠੀਕ ਰਹੂਗਾ, ਨਹੀਂ ਤਾਂ ਅਸੀਂ ਫਿਰ ਅਮਦਾਦ ਤੇ ਕਰਨੀ ਉਹਦੀ ਹੈ। ਉਹ ਕਹਿੰਦੇ ਅਫਗਾਨਿਸਤਾਨ 'ਚ ਵੀ ਅਸੀਂ ਗਏ ਸੀ। ਅਫਗਾਨਿਸਤਾਨ 'ਚ ਇਹਨਾਂ ਦੇ ਮੰਤਰੀ ਨੇ ਕਿਹਾ, ਜਦੋਂ ਆਪਣੇ ਵਿਦੇਸ਼ ਮੰਤਰੀ ਨਾਲ ਗੱਲ ਹੋਈ, ਕਿ ਅਸੀਂ ਗਏ ਉੱਥੇ ਪਰ ਸਾਡੀ ਉੱਥੇ ਪੂਰੀ ਨਹੀਂ ਪਈ, ਪਰ ਫਿਰ ਵੀ ਸਾਡੀ ਨਿਗਾਹ ਉਹਦੇ 'ਤੇ ਹੈਗੀ ਆ। ਔਰ ਦੇਖ ਲਓ ਕਿੱਥੋਂ ਆ ਕੇ ਕਿੱਥੇ ਜਾ ਕੇ ਤੱਕ ਲੜਾਈਆਂ ਹੁੰਦੀਆਂ। ਪਰ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਤੀਜੀ ਵਾਰ ਬਣਨਾ, ਬਰਾਕ ਓਬਾਮਾ ਤਾਂ 2 ਵਾਰੀ ਬਣੇ ਔਰ ਉਹਨਾਂ ਨੇ ਬਹੁਤ ਚਿਹਰਾ ਮੋਹਰਾ ਬਦਲਤਾ ਅਮਰੀਕਾ ਦਾ, ਤੇ ਇਹ ਤੀਜੀ ਵਾਰੀ ਬਣਨ ਤੋਂ ਬਾਅਦ ਵੀ ਐਕਚੁਅਲੀ ਲੜਾਈਆਂ ਵਾਲੇ ਪਾਸੇ ਜ਼ਿਆਦਾ ਧਿਆਨ ਹੋ। ਅਮਰੀਕਾ ਦੇ ਵਿੱਚ 2 ਵਾਰੀ ਤੋਂ ਵੱਧ ਬਣ ਨਹੀਂ ਨਾ ਸਕਦੇ, ਕਾਨੂੰਨ ਹੈ ਉਹਨਾਂ ਦਾ। ਇਹੀ ਸਾਡੇ ਭਾਰਤ ਵਿੱਚ ਤੇ ਡਿਫਰੈਂਟ ਰਿਹਾ। ਪੰਡਿਤ ਨਹਿਰੂ ਵੀ 17 ਸਾਲ ਦੇ ਕਰੀਬ ਰਹੇ ਨੇ, ਤੇ ਹੁਣ ਮੋਦੀ ਸਾਹਿਬ ਵੀ ਤੀਸਰੀ ਵਾਰ ਬਣਨ ਦੀ ਤਿਆਰੀ 'ਚ ਨੇ। ਉਮੀਦ ਹੈ ਇਹਨਾਂ ਦੀ ਬਣ ਵੀ ਸਕਦੇ ਹੋ। ਸੋ ਚੀਨ ਦੇ ਵਿੱਚ ਇਹਨਾਂ ਦੀ ਇਸ ਵੇਲੇ ਤਿਆਰੀ ਜਿਹੜੀ ਐਕਚੁਅਲੀ ਸੰਵਿਧਾਨ ਦੇ ਵਿੱਚ ਚੇਂਜ ਕੀਤਾ ਚੀਨ ਨੇ, ਤਾਂ ਜਾ ਕੇ ਤੀਸਰੀ ਵਾਰ ਬਣੇ। ਔਰ ਹੁਣ ਇਹ ਇਸ ਅਹੁਦੇ ਤੇ ਨੇ, ਹੁਣ ਇਹ ਕੁਝ ਕਰਨਾ ਇੱਦਾਂ ਦਾ ਚਾਹੁੰਦੇ ਨੇ ਕਿ ਜਾਣ ਤੋਂ ਪਹਿਲਾਂ ਆਪਣੀ ਇੱਕ ਛਾਪ ਛੱਡ ਸਕਣ ਕਿ ਸ਼ੀ ਜਿਨਪਿੰਗ ਇਹ ਕਰਕੇ ਗਏ ਸੀ ਚੀਨ ਦੇ ਵਿੱਚ। ਇਹਨਾਂ ਦਾ ਤੀਜੀ ਵਾਰ ਬਣਨਾ ਵਿਅਰਥ ਨਹੀਂ ਗਿਆ, ਕੁਝ ਨਵਾਂ, ਕੁਝ ਇਤਿਹਾਸ ਸਿਰਜਣਾ ਚਾਹੁੰਦੇ ਨੇ। ਔਰ ਇਸ ਕਰਕੇ ਇਹ ਜਿਹਨੂੰ ਆਪਾਂ ਪੰਜਾਬੀ 'ਚ ਕਹੀਏ ਪੰਗੇ ਲੈਣਾ ਸ਼ੁਰੂ ਹੋ ਗਿਆ ਹੈ ਕੰਮ। ਕਦੀ ਭਾਰਤ ਨਾਲ ਪੰਗਾ, ਕਦੀ ਪਾਕਿਸਤਾਨ ਨਾਲ ਗੱਠ ਜੋੜ, ਕਦੀ ਅਮਰੀਕਾ ਨੂੰ ਧਮਕੀ ਦੇਣਾ। ਸੋ ਇਹ ਸਭ ਚੱਲਦਾ ਪਿਆ। ਤਾਈਵਾਨ ਦੇ ਤਾਂ ਦੁਆਲੇ ਵੈਸੇ ਹੀ ਹੋਏ ਰਹਿੰਦੇ ਨੇ, ਉਦੋਂ ਤਾਂ ਉੱਥੇ ਤਾਂ ਪੰਜਾਬੀ ਦੇ ਵੀ ਲਗੋਟਾ ਕਰਕੇ ਚੱਲਦੀਆਂ ਪਈਆਂ ਨੇ ਲਗਾਤਾਰ। ਉਹ ਬਾਰਡਰ ਦੇ ਉੱਤੇ ਯੁੱਧ ਦੀਆਂ ਮਸ਼ਕਾਂ ਚਲਾਉਂਦੇ ਨੇ। ਛੋਟੀ ਕੰਟਰੀ ਨੂੰ ਹੜਪ ਕਰਨਾ ਚਾਹੁੰਦੇ, ਜਿਹੜੀ ਵੀ ਛੋਟੀ ਕੰਟਰੀ ਹੈ ਨਾ। ਇਹਨਾਂ ਨੇ ਨੇਪਾਲ ਦੇ ਉੱਤੇ ਨਹੀਂ ਕੀਤਾ ਸੀ ਅਟੈਕ? ਨੇਪਾਲ ਤੇ ਵੀ ਹੋਇਆ ਸੀ ਇੱਕ ਵਾਰੀ, ਅਟੈਕ ਕੀਤਾ ਸੀਗਾ। ਮਤਲਬ ਇੱਕ ਵੱਡੇ ਦਾਰਾ ਸਿੰਘ ਪਹਿਲਵਾਨ ਨੇ ਇੱਕ ਛੋਟੇ ਜਿਹੇ ਬੱਚੇ ਨੂੰ ਨੱਪ ਲਿਆ। ਹੁਣ ਇਹਨੂੰ ਜਿੱਤ ਥੋੜਾ ਕਵਾਂਗੇ। ਅਸਲ 'ਚ ਪਾਪੂਲੇਸ਼ਨ ਜ਼ਿਆਦਾ ਹੀ ਓਵਰ ਪਾਵਰ ਹੋ ਗਿਆ, ਸਾਰਾ ਦੁਨੀਆ ਜ਼ਿਆਦਾ ਹੋ ਗਈ। ਹੁਣ ਉੱਥੇ ਇਹ ਹੋ ਗਿਆ ਕਿ ਹਰ ਕੰਟਰੀ 'ਚ ਬੈਠੇ ਆ, ਤੁਸੀਂ ਕਿਸੇ ਕੰਟਰੀ 'ਚ ਚਲ ਜਾਓ, ਉੱਥੇ ਚਾਈਨੀਜ਼ ਲੋਕ ਬੈਠੇ ਆ, ਉੱਥੇ ਰੇਹੜੀਆਂ ਵੀ ਲਾ ਰਹੇ ਆ, ਉੱਥੇ ਫਰੂਟ ਦੀਆਂ ਰੇਹੜੀਆਂ ਵੀ ਹੈਗੀਆਂ ਇਹਨਾਂ ਦੀਆਂ, ਉੱਥੇ ਰੈਸਟੋਰੈਂਟ ਵੀ ਇਹਨਾਂ ਦੇ ਹੈਗੇ ਆ, ਬੁਟੀਕ ਵੀ ਇਹਨਾਂ ਦੇ ਹੈਗੇ ਆ, ਕਈ ਕੰਮ ਸਾਰੇ ਹੈਗੇ ਆ। ਸਾਡੇ ਦੇਸ਼ 'ਚ ਹਰ ਚੀਜ਼ ਵੇਖ ਲਓ, ਦੇਖੋ ਇਹਨਾਂ ਦੀ ਵਿਕ ਰਹੀ ਹੈ। ਕਿਸੇ ਵਕਤ ਕਿਹਾ ਜਾਂਦਾ ਸੀ ਕਿ ਆਲੂ ਤੇ ਪੰਜਾਬੀ ਦੁਨੀਆ 'ਚ ਹਰ ਥਾਂ ਮਿਲਣਗੇ, ਹੁਣ ਸ਼ਾਇਦ ਚੀਨ ਵੀ ਮਿਲੇਗਾ, ਚੀਨ ਨਾਲ ਹੀ ਮਿਲੂਗਾ ਸ਼ਾਇਦ। ਹਾਂ ਉਹੀ ਹੈ, ਸਹੀ ਗੱਲ। ਚਲੋ ਹੁਣ ਅੱਗੇ ਵਧਦੇ ਆਪਾਂ। ਅਗਲਾ ਇਹ ਨਿਊਜ਼ ਹੈ ਕਿ G20 ਸੰਮੇਲਨ ਜੋ ਅੰਮ੍ਰਿਤਸਰ ਵਿੱਚ ਹੋਣ ਜਾ ਰਿਹਾ, ਭਾਰਤ ਨੂੰ ਹੋਸਟ ਕਰ ਰਿਹਾ, ਉਹਦੀਆਂ ਤਿਆਰੀਆਂ ਬੜੀਆਂ ਜ਼ੋਰਾਂ ਸ਼ੋਰਾਂ ਤੇ ਚੱਲਦੀਆਂ ਪਈਆਂ ਨੇ। ਔਰ ਬੜੀ ਆਸ ਉਮੀਦ ਹੈ ਕਿ ਇੰਟਰਨੈਸ਼ਨਲ ਕਮਿਊਨਿਟੀ ਦੇ ਵਿੱਚ ਕੁਝ ਇਹਦੇ 'ਚ ਕਾਫੀ ਬਦਲਾਅ ਆਉਣਗੇ, ਇੰਟਰਨੈਸ਼ਨਲ ਮਸਲਿਆਂ 'ਚ ਬਦਲਾਅ ਆਉਣਗੇ, ਇੱਦਾਂ ਦੀ ਕੁਝ ਤਵੱਕੋ ਕੀਤੀ ਜਾ ਰਹੀ ਹੈ ਇਸ ਸੰਮੇਲਨ ਤੋਂ। ਹਾਂ, ਇਹ ਗੁਰੂ ਕੀ ਨਗਰੀ 'ਚ ਇਹ ਜਿਹੜਾ G20 ਦਾ ਸੰਮੇਲਨ ਆ, ਉਹਦੀ ਤਿਆਰੀਆਂ ਪੂਰੀਆਂ ਜ਼ੋਰਾਂ 'ਤੇ ਆ। ਉਹ 'ਚ ਪੰਜਾਬ ਗੌਰਮੈਂਟ ਨੇ ਖਾਸ ਤੌਰ 'ਤੇ ਸਾਰੀ ਜਗ੍ਹਾ ਨੂੰ ਸਫਾਈ ਕਰਵਾਤੀ ਆ। ਔਰ ਜਿਸ ਏਰੀਏ 'ਚ ਉਹਨਾਂ ਦਾ ਸੰਮੇਲਨ ਹੋਣਾ, ਉਹ ਵੀ ਬੜਾ ਸੋਹਣਾ ਸੁਨੱਖਾ ਬਣਾ ਦਿੱਤਾ। ਔਰ ਉਹਦੇ 'ਚ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਪੁਲਿਸ ਨੇ ਜਿਹੜੇ ਯਾਦਵ ਜੀ, ਉਹਨਾਂ ਨੇ ਖਾਸ ਤੌਰ 'ਤੇ ਸਾਰੇ ਪਾਸੇ ਮੁਹਿੰਮ ਸ਼ੁਰੂ ਕਰ ਦਿੱਤੀ ਹੈ
कि सुरक्षा प्रदान करने लिए उन्होंने आसे पासे हथियारबंद लोग से जोड़े उन्होंने उन्होंने हथियार भी रख लिया जिन्हों के लाइसेंसी आ वो भी जमा करवा रहे हैं। वो जी अजनाला पहलों एक दो घटना इस तरह की वापर गई सी उन्होंने इस करके उन्होंने कहा कि बड़ा सेंसिटिव एरिया हो गया है और वह करके इन्होंने हुण तो ही तैयारियां आरंभ दित्तियां और वो इन्होंने पिंडां विच जाके रेड किए पिंडां विच जाके भी उत्थे जिहड़े हथियार रखे सी लोगों ने नजायज़ भी जां लाइसेंसी भी उन्होंने अपने तौर पर जब्त कर लिया और वो होटल जिहड़े जिथे इत्थे रहना उन्होंने वो खास तौर पर उन्होंने साफ करवा के सिक्योरिटी प्रोवाइड करती है कि इत्थे रहणगे और उन्होंने लिए खाना जिहड़ा मुहैया करना वो टैसटड होगा सारा मैडिकल भी जिहड़ी इंस्पैक्शन वो भी हो रही है और वो डिफरेंट कंट्री तो आ रहे रशियन भी आ रहे वो कनेडियन भी आ रहे वो अमेरिकन भी आ रहे रिप्रजेंटेटिव जिहड़े उन्होंने मंत्री और बड़े हाई लैवल के हाई स्टेटस के लोग पहुँच रहे उत्थे और वो मोदी साहब भी आउणगे और वो जिन्ने साडे मंत्रीमंडल के सारे लोग ने आउणगे क्योंकि इस वेले तो उत्थे दिल्ली जिहड़ा समागम चल रहा बजट का वो सैशन शुरू होने नाल अजे तो उधर बिजी ने और 19-20 तरीक नूं जिहड़ा मार्च नूं दोबारा इहदा आरंभता होनी है और ये बड़ी वड्डी गल है पंजाब लई कि होस्ट के तौर पर सारिਆਂ ਨੂੰ इकट्ठे करके पंजाब विच इन्ना वड्डा सम्मेलन होना बहुत माण वाली गल है और बहुत जिहड़ी सारे पंजाब के वड्डे स्टेटस की गल है कि पंजाब विच उन्होंने चुनिया क्योंकि इन्ने स्टेट हैगे आ पर किसी ने इन्नी प्रायोरिटी नहीं दी और गुरु की नगरी अमृतसर विच ये आरंभ हो रहा और ये जिन्ने भी आउणगे नुमाइंदे खास तौर पर पंजाब की तो गल करनगे हिंदुस्तान दे विच जो कुछ त्रुटियां ने जां कोई डिवेलपमेंट करनी है वो सारी डिवेलपमेंट की भी गल होगी कि ये कित्थे स्टेटस है पंजाब का इकनॉमिकली की कित्थे रुकिया पिया हैगा और ये इन्हां दे अपने होर भी मुद्दे होणगे। वैसे तो इन्हें कहा कि जिहड़ी कंट्री नूं कोई विपता पैंदी है जिथे जिथे उन्होंने थोड़ा बहुत कुछ इमदाद की लोड़ होंदी है फाइनैंशियल वो भी इन्होंने फंड इकट्ठे कर लेने आ जिहड़े डिवेलपिंग कंट्री आ उन्हां दी होणगे जिहड़े सुपर कंट्री आ आउणगे जिहड़े वीटो पावर वाली कंट्री वो भी शामिल आ छोटे भी देश शामिल हैगे और ये बड़ा वड्डा एक बहुत वड्डे तौर पर जो कुछ ये मंगां नूं प्रवान किया जा सकता इस सम्मेलन विच ये पूरी विश्व की एक बहुत बड़ी चर्चा का विषय बन गया कि अमृतसर विच होया। वैसे तो बाकी सारे टूडो साहब भी इत्थे आ चुके सी अमृतसर मत्था टेकने राष्ट्रपति अपने मुर्मू जी भी पहुँच चुके थे इत्थे सारे अमृतसर की धरती इस तरह की है कि इत्थे वड्डे तो वड्डे जिन्ने भी अहुदेदार ने जां नेता ने वो आउंदे रहिंदे आ पर ऐतकी सियासी तौर पर सियासी मुद्दों नूं हल करने लई सारे इत्थे आ सकणगे और उस डेट ते जिन्ने तो आउणा वा उहदे लई सारिਆਂ ਲਈ ਇਹਨਾਂ ਨੇ ਉਹਨਾਂ ਦੇ ਵੈਲਕਮ ਲਈ ਸਾਰਾ ਕੁਝ ਕਰ ਦਿੱਤਾ ਸਵਾਗਤ ਜਿਹੜਾ ਉਹਨਾਂ ਨੇ ਕਰਨਾ ਹੈਗਾ और वो पंजाब के गौरमेंट का भी हिस्सा भगवंत मान जी खुद आप गए उत्थे उन्होंने वो सारी उत्थों की वेख्या कि कित्थे कित्थे की कुछ हो रहा कित्थे की उनताई है और खास तौर पर उन्होंने सिक्योरिटी ने कहा कि कोई इस तरह की जोड़ा नुकसान ना हो कोई रौला ना पवे और शांति नाल इत्थों के जोड़े लोग होणगे तरीके ना जाण और जाते ये भी कह जाएंगे कि पंजाब वाकई पंजाब है जिहदा असीं नाम सुनते सीगे उहदे विच उही है कि वैलकम स्वागत करना और खाण पीण का जिहड़ी उत्थे कोई इस तरह की थोड़ नहीं पंजाब दे विच और ये बहुत बढ़िया मैसेज जाऊगा सारे देशों में बिल्कुल जाएगा मैसेज उहदे नाल ये भी है कि जिहड़ा इंटरनेशनल मसले ने ना उन्हां नूं हल करने वाल कोई कदम वधे सिर्फ सम्मेलन करवा लेना अपने आप में ठीक है बहुत वड्डी गल हो सकती है पर उहदे रिजल्ट की ने नतीजे की ने इन्ना खर्चा और इन्ना समा लगान जा रहे हैं इन्नी ताकत लगान जा रहे हैं उहदा रिजल्ट की है। पिछली बार भी सम्मेलन होया और उहदे विच सब ने बड़े जोरां नाल लैक्चर दिते बड़े इमोशनल लैक्चर दिते यूक्रेन ते रशिया की जंग नूं लैके खास करके पर उस तो बाद की होया की है कोई रिजल्ट नहीं निकले सेम उत्थे। हाँ एक पर्यावरण नूं संभालण वास्ते जरूर एक बोर्ड बना लिया एक बॉडी बना ली है पर उहदे च फंडिंग वो प्रॉपर है और उस फंड का एलोकेशन तो बाद सही उहदा खर्चा होना वो सब चीज़ां रिजल्ट की आने ने डिलीवर की कर दो नतीजा की निकलना है। शोर तो बड़ा मचा लवांगे आप एडवरटीजमेंट भी कर लवांगे और कई लोग कहेंगे भी कि तुसी ये क्यों कह रहे हो कि बहुत वड्डी गल होने जा रही है ऑफ कोर्स होने जा रही है लेकिन की फायदा लोगों को जिहड़ा सड़क ते सुत्ता पिया जिहदे कोल रोटी भी नहीं है जिहदे कोल प्रॉपर कपड़े नहीं जे सर्दी सी उहदे कोल कंबल भी नहीं वो सड़क ते सुत्ता पिया उहनूं की फायदा इहदा ये भी दसो कि उन्होंने की फायदा होने जा रहा है। ये तो वड्डे लोगों दी वड्डियां गल्लां और वड्डे वड्डे मीडिया दे विच वड्डियां वड्डियां डिस्कशनस हो जाणगियां ओके नाउ जो मसले ने बुनियादी
ਉਹ ਕਿੱਥੇ ਨੇ। ਕਈ ਵਾਰ ਇਹ ਲੱਗਦਾ ਕਿ ਜਿੱਦਾਂ ਨਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੋ ਰਹੀਆਂ ਨੇ, ਇਹ ਜਿੱਦਾਂ ਵੱਡੇ ਵੱਡੇ ਦੇਸ਼ ਨਾ ਆਪਣੀਆਂ ਕਲੋਨੀਆਂ ਨਹੀਂ ਬਣਾ ਰਹੇ ਥਾਂ ਥਾਂ ਦੇ ਉੱਤੇ, ਇਕਨੋਮਿਕ ਕਲੋਨੀਆਂ, ਕਿਉਂਕਿ ਬੇਸਿਕਲੀ ਉਹੀ ਅਮੀਰ ਲੋਕਾਂ ਦਾ ਵਪਾਰ, ਉਹਦਾ ਟ੍ਰੇਡ ਉਹੀ ਧਿਆਨ 'ਚ ਰੱਖਿਆ ਜਾਏਗਾ। ਲੇਕਿਨ ਉਹ ਆਮ ਜਿਹੜਾ ਲਾਸਟ ਬੰਦਾ ਜਿਹਦੇ ਕੋਲ ਕੋਈ ਬੈਨੀਫਿਟ ਨਹੀਂ ਪਹੁੰਚਿਆ, ਉਹਨੂੰ ਇਹਦਾ ਕੀ ਫਾਇਦਾ ਹੋਣ ਜਾ ਰਿਹਾ। ਇਹ ਨਿਰਾਸ਼ਾਵਾਦੀ ਗੱਲਾਂ ਨਹੀਂ, ਇਹ ਅਲਰਟ ਹੋਣ ਵਾਲੀ ਗੱਲ ਹੈ। ਹਾਂ, ਪਰ ਇਹਦੇ ਵਿੱਚ ਇੱਕ ਗੱਲ ਹੈਗੀ ਹੈ ਜਿਹੜੀ ਉਹ ਹੈ ਕਿ ਜਿਹੜੇ ਉੱਥੋਂ ਦੇ ਨੁਮਾਇੰਦਗੀ ਕਰ ਰਹੇ ਜਿਹੜੇ ਵੱਡੇ ਦੇਸ਼ ਨੇ, ਉਹਨਾਂ ਦਾ ਵੈਸੇ ਛੋਟੇ ਦੇਸ਼ ਵੱਲ ਨਾ ਆਉਣਾ ਜਾਂ ਧਿਆਨ ਦੇਣਾ, ਇਹ ਵੀ ਬਹੁਤ ਵੱਡੀ ਗੱਲ ਹੁੰਦੀ ਹੈ। ਮਸਲਾ ਤਾਂ ਜਿਹੜਾ ਹੈਗਾ ਉਹ ਸੋਲਵ ਹੁੰਦਿਆਂ ਜੋ ਕੁਝ ਟਾਈਮ ਲੱਗਣਾ ਉਹਦਾ ਵੀ ਹੈ, ਪਰ ਮੈਨੂੰ ਲੱਗਦਾ ਕਿ ਇਹ ਜਿਹੜਾ G20 ਸੰਮੇਲਨ ਹੋ ਰਹੇ ਨੇ ਜਾਂ ਇੱਕ ਜਿਹੜੀ ਇਸ ਤਰ੍ਹਾਂ ਦੀ ਕਮੇਟੀ ਬਣ ਗਈ ਹੈ, ਇਹਦੇ ਵਿੱਚ ਕੁਛ ਨਾ ਕੁਛ ਤਾਂ ਇਹਨਾਂ ਨੂੰ ਕਰਨਾ ਪਊਗਾ, ਕੁਛ ਨਾ ਕੁਛ ਤਾਂ ਇਹਨਾਂ ਨੂੰ ਰਿਜ਼ਲਟ ਦੇਣਾ ਹੀ ਪੈਣਾ, ਨਹੀਂ ਤਾਂ ਉਸ ਤੋਂ ਬਾਅਦ ਫਿਰ ਕਿਸੇ ਵੀ ਦੇਸ਼ ਨੇ ਇਹਨੂੰ ਕੋਆਪਰੇਟ ਨਹੀਂ ਕਰਨਗੇ। ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਹੈਗਾ, ਇਸ ਵੇਲੇ ਲੋਕ ਸੋਸ਼ਲ ਮੀਡੀਆ 'ਤੇ ਸਾਰਾ ਕੁਝ ਪਹੁੰਚ ਜਾਂਦਾ, ਲੋਕਾਂ ਨੂੰ ਘਰੋਂ ਘਰ ਪਹੁੰਚ ਜਾਣਾ। ਜਿਹੜੀ ਤੁਸੀਂ ਗੱਲ ਕੀਤੀ ਹੈ ਗਰੀਬ ਲੋਕ ਨੇ ਜਿਹੜੇ ਸੜਕਾਂ 'ਤੇ ਸੌਂਦੇ ਆ ਜਾਂ ਜਿਹੜੇ ਫੁੱਟਪਾਥ 'ਤੇ ਬੈਠੇ ਆ, ਉਹ ਤਾਂ ਵਿਚਾਰੇ ਗਰੀਬ ਦੇ ਗਰੀਬ ਰਹਿੰਦੇ ਆ, ਹਰ ਦੇਸ਼ 'ਚ ਬੈਠੇ ਆ, ਹਰ ਕੰਟਰੀ 'ਚ ਹੈਗੇ ਆ। ਜਿੱਥੇ ਜਿੱਥੇ ਮੂਲ ਨਿਵਾਸੀ ਨੇ ਜਿਨ੍ਹਾਂ ਕੰਟਰੀਆਂ ਦੇ ਜਾਂ ਮੋਹਰੀ ਬੈਠੇ ਆ, ਉਹ ਤਾਂ ਪੈਸਾ ਲੈ ਲੈਂਦੇ, ਟੈਕਸ ਲੈਂਦੇ ਆ। ਜਿੱਦਾਂ ਕੈਨੇਡਾ ਵਿੱਚ ਵੀ ਇੰਗਲੈਂਡ ਨੇ ਰਾਜ ਕੀਤਾ ਬਹੁਤ ਦੇਰ ਪਹਿਲੋਂ, ਔਰ ਉਹਦੇ ਵਿੱਚ ਜੋ ਕੁਛ ਇੰਗਲੈਂਡ ਇੰਡੀਆ 'ਚੋਂ ਕੱਢ ਕੇ ਲੈ ਗਿਆ, ਜੋ ਕੁਛ ਇੱਥੋਂ ਬਣਤਰ ਬਣਾ ਕੇ ਲੈ ਗਿਆ, ਕੋਈ ਨਾ ਹੀਰੇ ਤੋਂ ਲੈ ਕੇ ਜੋ ਸਮਾਨ ਲੈ ਗਿਆ, ਕੈਨੇਡਾ 'ਚੋਂ ਨਹੀਂ ਲੈ ਕੇ ਜਾ ਸਕਿਆ, ਕਿਉਂਕਿ ਉੱਥੇ ਇਸ ਤਰ੍ਹਾਂ ਦੇ ਖਣਿਜ ਪਦਾਰਥ ਨੇ, ਤਾਂ ਕੋਈ ਚੀਜ਼ ਹੈ ਜਿਹਨਾਂ ਨੂੰ ਚੁੱਕਣਾ ਔਖਾ। ਬਿਲਕੁਲ ਸਹੀ ਗੱਲ ਹੈ। ਹੁਣ ਆਸਟ੍ਰੇਲੀਆ 'ਚ ਵੀ ਇਹਨਾਂ ਦਾ ਰਾਜ ਰਿਹਾ। ਮਤਲਬ ਕੁਝ ਕਰੋ ਐਸਾ ਕਿ ਜਿਹੜਾ ਬਦਲਾਵ ਆਵੇ। ਸਹੀ ਗੱਲ, ਇਹ ਨਹੀਂ ਕਿ ਜਦੋਂ ਵੱਡੇ ਵੱਡੇ ਲੋਕ ਬਾਹਰਲੇ ਮੁਲਕਾਂ ਦੇ ਇੱਥੇ ਆਉਣ, ਵੱਡੇ ਬਿਆਨ ਤੇ ਵੱਡੇ ਲੋਕ, ਵੱਡੇ ਬਿਆਨ ਤੇ ਵੱਡੇ ਲੋਕ ਜਦੋਂ ਇੱਥੇ ਆਉਣ, ਇਹ ਨਹੀਂ ਕਿ ਜਿਹੜੀਆਂ ਗਰੀਬ ਬਸਤੀਆਂ ਨੇ ਉਹਨਾਂ ਨੂੰ ਤੁਸੀਂ ਕਵਰ ਕਰ ਦਿਓ ਟੈਂਟ ਲਗਾ ਕੇ, ਅੱਗੇ ਚਾਦਰਾਂ ਲਾ ਕੇ ਜਾਂ ਦੀਵਾਰਾਂ ਬਣਾ ਕੇ ਉਹਨੂੰ ਕਵਰ ਕਰ ਦਿਓ ਤਾਂ ਕਿ ਧਿਆਨ ਨਾ ਜਾਵੇ, ਆਪਣੀ ਗਰੀਬੀ ਨੂੰ ਛੁਪਾ ਲਵੋ। ਇੱਕ ਵਾਰੀ ਹੋਇਆ ਹੈ, ਆਪਣੇ ਜ਼ਖਮਾਂ ਨੂੰ ਛੁਪਾਉਣਾ ਨਹੀਂ ਹੈ, ਨੰਗੇ ਕਰਕੇ ਦਿਖਾਓ ਨਾ ਕਿ ਅਸੀਂ ਇੱਥੇ ਖੜੇ ਹਾਂ, ਇੱਥੋਂ ਅੱਗੇ ਤੁਰਨਾ। ਉਹਨੂੰ ਲੁਕਾ ਕੇ ਕੀ ਕਰਾਂਗੇ? ਇਹ ਕਦੋਂ ਆਇਆ ਭਲਾ? ਬਾਈਡਨ ਸਾਹਿਬ ਜਦੋਂ ਆਏ ਸੀ? ਜਦੋਂ ਉਹ ਆਏ ਸੀ, ਬਾਈਡਨ ਸਾਹਿਬ ਨਹੀਂ ਆਏ ਸੀ, ਬਾਈਡਨ ਸਾਹਿਬ ਤੋਂ ਪਹਿਲਾਂ ਜਿਹੜੇ ਸੀਗੇ ਉਹ ਆਏ ਸੀ, ਟਰੰਪ ਜੀ, ਟਰੰਪ ਸਾਹਿਬ। ਅੱਛਾ, ਉਹ ਆਏ ਸੀ, ਵੈਸੇ ਅਮਰੀਕਨ ਪ੍ਰੈਜ਼ੀਡੈਂਟ ਜਦੋਂ ਆਏ ਉਦੋਂ ਆਏ ਸੀ। ਤੇ ਇਹਨੂੰ ਕਿੰਨਾ ਕੁ ਦੇਰ ਲਗਾ ਸਕਦੇ? ਇਹਨਾਂ ਦਾ ਖਿਆਲ ਇਹ ਹੈਗਾ ਕਿ ਔਰ ਹੁਣ ਵੀ ਇਹ ਗੱਲਾਂ ਆ ਰਹੀਆਂ ਨੇ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਦੇ ਵਿੱਚ ਕਿ ਜਿਹੜੀਆਂ ਬਸਤੀਆਂ ਰਾਹ 'ਚ ਪੈਂਦੀਆਂ ਨੇ, ਜਿੱਥੋਂ ਵੱਡੇ ਲੋਕਾਂ ਦੀਆਂ ਵੱਡੀਆਂ ਗੱਡੀਆਂ ਨਿਕਲਣੀਆਂ ਨੇ, ਜਿਨ੍ਹਾਂ ਨੇ ਜਾ ਕੇ ਵੱਡੇ ਵੱਡੇ ਲੈਕਚਰ ਦੇਣੇ ਨੇ, ਤੇ ਉਹ ਸਾਰੀਆਂ ਬਸਤੀਆਂ ਜਿਹੜੀਆਂ ਰਾਹ 'ਚ ਆਉਂਦੀਆਂ ਨੇ ਉਹਨਾਂ ਨੂੰ ਕਵਰ ਕੀਤਾ ਜਾ ਰਿਹਾ। ਇਹ ਵੀ ਕਿਤੇ ਆਈ ਸੀ। ਤੁਸੀਂ ਦਿੱਲੀ 'ਚ ਐਂਟਰੀ ਕਰਦੇ ਆ ਨਾ, ਜਦੋਂ ਨਰੇਲਾ ਏਰੀਆ ਨਿਊਜ਼ ਆਈ ਸੀ, ਟ੍ਰੇਨ ਜਾਂਦੀ ਆ ਦਿੱਲੀ ਦੇ ਅੰਦਰ ਜਾਂਦੀ ਆ, ਤੇ ਤੁਸੀਂ ਉੱਥੇ ਦੇਖੋ ਸਾਈਡਾਂ ਦੇ ਵਿੱਚ ਲੋਕਾਂ ਦੀਆਂ ਟੱਪਰੀਆਂ ਲੱਗੀਆਂ ਸਾਈਡਾਂ ਦੇ ਆਲੇ ਦੁਆਲੇ, ਜਿੱਥੇ ਟਰੈਕ ਦੇ ਵਿੱਚ, ਔਰ ਜੋ ਤੁਸੀਂ ਪਾਣੀ ਪੀ ਕੇ ਕੁਝ ਸੁੱਟ ਰਹੇ ਜਾਂ ਕੁਝ ਉਹ ਲੋਕ ਚੁੱਕ ਰਹੇ ਆ, ਉਹ ਗਰੀਬ ਵਿਚਾਰੇ। ਗੱਡੀ ਜਦੋਂ ਖਾਲੀ ਹੁੰਦੀ ਹੈ ਉਹਦੇ ਵਿੱਚੋਂ ਸਮਾਨ ਖਾਲੀ ਚੁੱਕਣ ਦੀ ਕੋਸ਼ਿਸ਼ ਹੁੰਦੀ, ਕੋਈ ਰੋਟੀ ਮਿਲ ਜੇ, ਕੁਝ ਖਾਣ ਪੀਣ ਲਈ ਮਿਲ ਜੇ। ਔਰ ਇਹ ਤੁਹਾਡੀ ਗੱਲ ਸਹੀ ਆ ਕਿ ਉਹ ਰਾਹ ਦੇ ਵਿੱਚ ਜਿਹੜਾ ਜਦੋਂ ਦਿੱਲੀ ਦੀ ਐਂਟਰੀ ਆ, ਦਿੱਲੀ ਦਾ ਸਰਾਊਂਡਿੰਗ ਏਰੀਆ ਸਾਰਾ ਕੁਝ, ਉਹਨਾਂ ਦੇ ਵਿੱਚ ਟੱਪਰੀਆਂ ਲੱਗੀਆਂ, ਵਿਚਾਰੇ ਸਹਾਰੇ ਲੋਕ ਬੈਠੇ ਆ। ਉਹਨਾਂ ਨੂੰ ਜਿਹੜਾ ਉਹ ਜਦੋਂ ਉਹਨਾਂ ਦੀ ਦਿੱਖ ਪਈ, ਉਹਨਾਂ ਦੀ ਜਿਹੜੇ ਨੇਤਾ ਆ ਰਹੇ ਉਹਨਾਂ ਨੇ ਕਹਿਣਾ ਕਿ ਇੰਡੀਆ 'ਚ ਆਹ ਲੋਕਾਂ ਦਾ ਰਹਿਣ ਸਹਿਣ, ਪਰ ਇਹਦੇ ਬਾਵਜੂਦ ਮੀਡੀਆ ਸਾਰਾ ਕੁਝ ਦਿਖਾਉਂਦਾ, ਸੋਸ਼ਲ ਮੀਡੀਆ 'ਤੇ ਉਹਨਾਂ ਨੂੰ ਪਤਾ ਇਹਨਾਂ ਦਾ ਕਿ ਇਹਨਾਂ ਕੋਲ ਕੀ ਆ। ਉਹ ਪੁਰਾਣਾ ਜ਼ਮਾਨਾ ਤਾਂ ਗਿਆ ਕਿ ਨਹੀਂ ਵੀ ਸਾਡੇ ਕੋਲ ਬੜਾ ਕੁਛ ਸੀ, ਅਸੀਂ ਬੜੇ ਅਮੀਰ ਕੰਟਰੀ ਹੈ, ਸਾਰਾ ਕੁਝ ਹਰ ਚੀਜ਼ ਦਾ ਪਤਾ ਲੱਗਦਾ। ਤੁਸੀਂ ਅਮਰੀਕਾ ਦੇ ਵੀ ਜਾ ਕੇ ਵੇਖੋ, ਜਿਹੜੇ ਪੁਲ ਬਣੇ, ਉੱਚੇ ਪੁਲ ਬਣੇ, ਤੁਸੀਂ ਦੇਖੋ ਥੱਲੇ ਵਿਚਾਰੇ ਬੈਗਰਸ ਜਿਹੜੇ ਲੋਕ ਬੈਠੇ ਆ, ਰੋਟੀ ਤੋਂ ਭੁੱਖੇ ਬੈਠੇ ਆ, ਉਹਨਾਂ ਨੂੰ ਕੰਬਲ ਆ ਰਹੇ ਆ, ਉਹਨਾਂ ਨੇ ਖਾਣ ਪੀਣ ਆ ਰਿਹਾ। ਉਹਨਾਂ ਕੰਟਰੀਆਂ 'ਚ ਵੀ ਇਹੀ ਹੈਗਾ, ਉਹਦੇ ਵਿੱਚ ਡਰੱਗਸ ਲੈ ਕੇ ਵੀ ਲੋਕ ਤੁਰੇ ਫਿਰਦੇ ਆ, ਕੈਨੇਡਾ 'ਚ ਵੀ ਹੈਗਾ। ਸਾਨੂੰ ਥੋੜ੍ਹਾ ਲੱਗਦਾ ਕਿ ਸਾਡੀ ਧਰਤੀ ਦੇ ਲੋਕ ਆ, ਸਾਡੇ ਲੋਕ ਹੈਗੇ ਆ। ਇਹ ਵਿਚਾਰੇ ਬੈਗਰ ਮੰਗਣ ਵਾਲੇ ਜਾਂ ਡਰੱਗਸ ਲੈਣ ਵਾਲੇ ਸਾਰੇ ਕੰਟਰੀਆਂ ਵਿੱਚ ਇਸੇ ਤਰ੍ਹਾਂ ਦਾ ਜਾਲ ਵਿਛਿਆ ਪਿਆ ਹਰ ਜਗ੍ਹਾ, ਹਰ ਥਾਂ ਤੇ ਹੈ। ਕਿ ਹਿਊਮਨ ਸਾਈਕੀ ਸੇਮ ਹੈ, ਆਪਣੇ ਵਾਸਤੇ ਸਭ ਕੁਝ, ਆਪਣੇ ਵਾਸਤੇ ਸਭ ਕੁਝ। ਔਰ ਕਈ ਵਾਰ ਨਾ ਇਹ ਵੱਡੇ ਵੱਡੇ ਲੋਕ ਆਪਣੇ ਕਈ ਬਿਆਨਾਂ 'ਚ ਕਹਿਣਗੇ ਜੀ, ਕਈ ਲੋਕਾਂ ਨੂੰ ਤਾਂ ਕ੍ਰਿਟੀਸਾਈਜ਼ ਕਰਨ ਦੀ ਆਦਤ ਹੈ, ਕਈ ਲੋਕਾਂ ਨੂੰ ਰੋਣ ਦੀ ਆਦਤ ਹੈ, ਇਦਾਂ ਗੱਲਾਂ ਕਰਨਗੇ। ਕਿਉਂਕਿ ਆਪ ਸੁਖੀ ਆ ਨਾ, ਆਪ ਸੁਖੀ ਨੇ। ਜਦੋਂ ਆਪ ਸੁਖੀ, ਆਪ ਰੋਟੀ ਮਿਲਦੀ, ਆਪ ਕੱਪੜਾ ਮਿਲਦਾ, ਆਪ ਰਾਤ ਨੂੰ ਸੌਣ ਲਈ ਜਗ੍ਹਾ ਮਿਲਦੀ ਹੈ, ਤਾਂ ਉਹਨਾਂ ਨੂੰ ਤਾਂ ਲੱਗਦਾ ਵੀ ਦੁਨੀਆ ਹੀ ਮੇਰੇ ਵਰਗੀ ਹੈ, ਦੁਨੀਆ 'ਚ ਦੁੱਖ ਹੈ ਹੀ ਨਹੀਂ ਗੇ, ਹੈ ਨਾ। ਉਹ ਇਹਨਾਂ ਦਾ ਹੁੰਦਾ ਜੇ ਉਹ ਕਹਿੰਦੇ ਵੀ ਕੋਠੇ ਚੜ੍ਹ ਕੇ ਵੇਖਿਆ ਘਰ ਘਰ ਇਹੋ ਅੱਗ, ਉਹ ਹੈ ਘਰ ਘਰ ਇੱਕੋ। ਮਤਲਬ ਇੱਥੇ ਗੁਰੂ ਨਾਨਕ ਸਾਹਿਬ ਦੀ ਜੋ ਉਹਨਾਂ ਦੀ ਸਿੱਖਿਆ ਹੈ ਨਾ, ਕਿ ਕਿਰਤ ਕਰ, ਨਾਮ ਜਪ, ਵੰਡ ਛਕ, ਇਹ ਪੂਰੀ ਇਕਨੋਮੀ ਹੈ, ਪੂਰੀ ਦੁਨੀਆ ਦੀ, ਵਰਲਡ ਦਾ ਮੈਸੇਜ ਹੈ ਜੇ ਸਾਰੀ ਦੁਨੀਆ ਇਹਦੇ ਉੱਤੇ ਜੇ ਚੱਲੋ ਤਾਂ ਸਾਰੀ ਇਕਨੋਮੀ, ਸਾਰੀ ਅਰਥ ਵਿਵਸਥਾ ਸੰਸਾਰ ਦੀ ਸਹੀ ਹੋ ਸਕਦੀ ਹੈ। ਬਿਲਕੁਲ ਬਿਲਕੁਲ ਸਹੀ ਗੱਲ। ਸੋ ਆਪਾਂ ਅੱਗੇ ਵਧਦੇ ਹਾਂ। ਜ਼ਰੂਰ। ਉੜਦਾ ਪੰਜਾਬ ਦੇ ਦਾਗ ਧੋਣ ਲਈ ਪੰਜਾਬੀ ਨੌਜਵਾਨ ਅੱਗੇ ਆਏ ਨੇ। ਕਿ ਬੜਾ ਕੁਝ ਸੁਣਿਆ ਗਿਆ ਕਿ ਪੰਜਾਬ ਦੇ ਨੌਜਵਾਨ ਸਿਵਾਏ ਨਸ਼ਿਆਂ ਤੋਂ ਹੋਰ ਕੁਝ ਕਰਦੇ ਹੀ ਨਹੀਂ। ਵੈਸੇ ਇਹ ਜਿਹੜੀ ਗੱਲ ਹੈ ਬੜੇ ਦੇਰ ਤੋਂ ਲੋਕਾਂ ਦੇ ਦਿਮਾਗ ਵਿੱਚ ਸੀ ਕਿ ਨੌਜਵਾਨ ਕਿਉਂ ਨਹੀਂ ਹਿੱਲ ਰਹੇ, ਨੌਜਵਾਨ ਕਿਉਂ ਨਹੀਂ ਪਤਾ ਕਰ ਰਹੇ, ਨੌਜਵਾਨਾਂ ਨੂੰ ਪਤਾ ਹੋਣਾ ਚਾਹੀਦਾ। ਇਹਨਾਂ ਦੀ ਇਨਵੋਲਵਮੈਂਟ ਜੇ ਆ ਗਈ ਨਾ ਇਹਦੇ ਵਿੱਚ, ਉੜਦਾ ਪੰਜਾਬ ਦਾ ਨਾਂ ਇਹਨਾਂ ਰੱਖਿਆ,
उन्होंने कहा उन्होंने दे नुमाइंदे ने कि पहलों 9 ਲੱਖ के करीब जोड़े मुंडे इन्होंने केंद्रों के एडमिट सीगे पहले जो आए आ जिहदे ਜਿਹੜੇ ਸਾਰੇ ਕੇਂਦਰ ਨੇ ਜਿਹਦੇ ਵਿੱਚ ਸਰਕਾਰੀ ਤਾਂ ਘੱਟ ਹੈਗੇ ਆ ਔਰ ਉਹਦੇ ਵਿੱਚ ਪ੍ਰਾਈਵੇਟ ਬਹੁਤ ਸੀਗੇ ਨਸ਼ਾ ਛਡਾਊ ਕੇਂਦਰ ਉਹਨਾਂ ਵਿੱਚ ਗਏ ਮੁੰਡੇ ਆਂਦੇ ਉਹ 9 ਲੱਖ ਤੋਂ ਸਾਰੇ 41-4200 ਮੁੰਡਾ ਠੀਕ ਹੋਇਆ। ਬਾਕੀ ਰਹੀ ਗੱਲ ਡਾਕਟਰਾਂ ਨੇ ਕਿਹਾ ਕਿ ਜਿਹੜੀ ਉੱਥੋਂ ਦਵਾਈ ਦਿੱਤੀ ਜਾਂਦੀ ਹੈ ਨਸ਼ਾ ਛਡਾਉਣ ਲਈ ਉਹ ਦਵਾਈ ਵਿੱਚ ਵੀ ਜਿਹੜੀਆਂ ਗੋਲੀਆਂ ਖਾ ਰਹੇ ਆ ਉਹਦੇ ਵਿੱਚ ਵੀ ਨਸ਼ਾ ਹੈਗਾ। ਉਹ ਨਸ਼ਾ ਇੱਕ ਛੱਡ ਕੇ ਦੂਜੇ ਨੂੰ ਪੈ ਗਏ ਔਰ ਉਸੇ ਜਾ ਕੇ ਉਹਨਾਂ ਨੂੰ ਕੋਟਾ ਮਿਲਦਾ ਉੱਥੋਂ ਜਾ ਕੇ ਲੈ ਆਉਂਦੇ ਆ ਫਿਰ ਉਹ ਉੱਦਾਂ ਹੀ ਖਾ ਕੇ ਉੱਦਾਂ ਹੀ ਲਹਿਰਾਂ 'ਚ ਆ ਜਾਂਦੇ ਆ। और ये सारा कुछ जोड़ा है ये हम नौजवान जो अगे आ गया तो उन्होंने कुछ ना कुछ इस तरीके ना करनगे जिहड़ी भी गल नौजवानों के हाथ में आ जाए वो गल नूं किते ना किते कोई सिट्टे ते पहुँच जाती है। और ये जो नौजवान अगे है तो पंजाब सरकार नूं भी उन्हां दा हथ बटाउणा चाहिए सहयोग देना चाहिए उन्होंने गड्डियां मुहैया करनियां चाहिए उन्होंने पुलिस जिहड़ी दित्ती जानी चाहिए है पिंडां 'च जाना चाहिए पंचायतां नूं भी चाहिए पिंडां दी पंचायतां नूं भी इहदे नाल मिल के साथ दे के मोढे नाल मोढा जोड़ना चाहिए। जिन्नियां भी एजेंसियां हैगियां रही गल धार्मिक एजेंसियां जिहड़ियां हैगियां श्रोमणी अकाली दल कंपनी जिहड़ी कमेटी हैगी आ SGPC ਉਹਨੂੰ ਵੀ ਚਾਹੀਦਾ कि ਉਹ भी उन्होंने को बहुत बड़ा बजट हैगा पार्लीमेंट तो दूजा बजट साडा जिहड़े आ श्रोमणी कमेटी कोल हैगा और उन्होंने चाहिए कि पैसा इकट्ठा करके इन्हां दे नाल जिहड़ा ਉਹ ਮੋਢਾ जोड़ना चाहिए। पर जिथे नौजवान इकल्ले रह जाते हैं जां सारा कुछ होंदा ज़्यादा तो हुण ग्रस्त कौन है खाना जो आप जानते हैं नौजवान ये ग्रस्त है नौजवान भी बेचारे मारे जा रहे हैं मर रहे हैं कोई टीका ला रहा कोई नशा खा रहा बाद ओवरडोज कर रहा। अखबार सवेरे चुको तुहानूं पता लगूगा मानसे दे विच किन्ने मर गए मुंडे मुक्तसर दे एरिए च किन्ने मर रहे हैं मालवा खास करके इस तो जिहड़ा ग्रस्त हो रहा। और इस दलदल चों जे बाहर कढ़ना तो ये सारिया एजेंसियों इकट्ठे होने चाहिए और साडे प्रवासी भारती जिहड़े भी सुन रहे हैं NRI वीर इन्हों भी चाहिए कि उड़दा पंजाब के इस मैसेज नाल अपनी सांझ पाउण तो जदों भी जिथे जिथे पता लगता कि इस एरिए ज़्यादा बच्चों ते प्रकोप हो गया बच्चे जिहड़े स्टूडेंट्स भी है जां कालजां दे विच भी आ गया यूनिवर्सिटियां दे विच भी रौला पै गया सारा कुछ माड़ा हाल हो गया तो ये एक बहुत बड़ी कंपेन शुरू करनी चाहिए विद मनी जदों कोई काम शुरू होंदा पैसा तो इन्वॉल्व होंदा क्योंकि वो उन्होंने घर बार वसाउण भी पैसा चाहिए क्योंकि उन्होंने जमीनां गहने पाती घर वेच दिते है ना घरां ते तुसीं जाके वेखो किते वीडियो वेखो घर दी खिड़कियां वेचण तक चले गए पर्दे भी वेच दिंदे मावां रोंदियां रह जांदियां कई थां मावां मार भी दित्तियां गईयां इन्ना वड्डा जिहड़ा नुकसान हो रहा पंजाब दा। और ये बहुत वड्डा सियासी मुद्दा तो नहीं हैगा ये लोकां दे भले दा मुद्दा हैगा और इहदे विच सारिआं नूं रलना चाहिए हैगा जिस तरह तुसीं एक वारी गल कीती सीगी कि जे बाकी आम जनता जिहड़ी उन्होंने थोड़ा बहुत पैसा जोड़ना चाहिए देना चाहिए अपने अपने बटूए ढिले करने चाहिए। कई लोग कहते हैं 2000 3000 जिन्ना हैगा दिओ जी ये लोग पता की कहते हैं खजाने च दे दिओ पैसा ठीक है पर ਜਦੋਂ ਆਲਰੇਡੀ ਜਿਹੜਾ ਪੈਸਾ ਹੈ ਉਹਦੀ ਮਿਸਮੈਨੇਜਮੈਂਟ ਹੈ ਕਪਲੇ ਇੰਨੇ ਨੇ ਕੁਝ ਪਤਾ ਨਹੀਂ ਲੱਗਦਾ ਤੇ ਕਹਿੰਦੇ ਇਹਦਾ ਵੀ ਕਿਸੇ ਨੂੰ ਵਿਸ਼ਵਾਸ ਨਹੀਂ ਪੈਂਦਾ ਕਿ ਜੇ ਅਸੀਂ ਦੇ ਦੇਵਾਂਗੇ ਤੇ ਇਹਦੀ ਸਹੀ ਵਰਤੋਂ ਹੋਏਗੀ ਪਤਾ ਨਹੀਂ ਮੈਂ ਕਿਸੇ ਛੂ ਮੰਤਰ ਕਿੱਥੇ ਹੋ ਜਾਣਾ ਹੈ ਪੈਸਾ ਇਸ ਕਰਕੇ ਲੋਕਾਂ ਦਾ ਵਿਸ਼ਵਾਸ ਨਹੀਂ ਪੈਂਦਾ ਪਿਆ। ਪਰ ਖੰਨਾ ਜੀ ਪੰਜਾਬ ਕਿੰਨਾ ਕੁ ਵੱਡਾ ਹੈਗਾ ਇਹਨਾਂ ਨੂੰ ਚਾਹੀਦਾ ਨਾ ਕਿ ਆਪਣੇ ਜ਼ਿਲ੍ਹਿਆਂ 'ਚ ਉੱਥੇ ਆਪਣੇ ਤੌਰ ਤੇ ਖਰਚ ਕਰੋ ਬਣਾਉਣੇ ਚਾਹੀਦੇ ਆ ਬ੍ਰਾਂਚੇਸ ਬਣਾ ਦੇਣ ਔਰ ਮੈਨ ਟੂ ਮੈਨ ਪੈਸੇ ਦੇਣ ਆਪਣੇ ਆਪ ਖਰਚ ਕਰੋ। ਹਾਂ ਇਹ ਨਹੀਂ ਕਿ ਬੈਂਕ ਜਮ੍ਹਾਂ ਕਰਾਤੇ ਤਾਂ ਗਏ ਦੇਖੋ ਹੁਣ ਸੀਚੇਵਾਲ ਸਾਹਿਬ ਦਾ मॉडल लैके NRIs की मदद नाल गलियां नालियां पक्कियां ट्यूबवेल्स पता नहीं की कुछ बना के बैठे ने स्कूल तक बने हुए ने पिंडां दे विच अपने तौर ते खर्च करो जे खजाने दे विच पैसा पाण दे उत्ते विश्वास नहीं हैगा तो फिर अपने तौर ते इकट्ठे होके पिंड पिंड अपना पैसे जमा करके अपना भला आप करो। NRIs भी बैठे ने वो भी जिथे तक अपना योगदान पा NRI जलंधर दे विच ही है ओदे प्रेसिडेंट है उन्हां दे खाते च पाउण जे आप नहीं आ सकते उन्हां दे खाते च पाउण वो अगे वंड सकते हैं। और भगवंत मान जी जो बाहर जाते हैं तो उत्थों जाके आप पैसा लेना चाहिए अपने खजाने जमा करवाना चाहिए और इस पासे पैसा लाना चाहिए। जिन्नी देर तक खन्ना जी पंजाब गौरमेंट इस पासे वाल अपना मूड़ा नहीं कटती उन्नी देर तक पंजाब दे विचों नशा मुक्त नहीं पंजाब हो सकता। कांग्रेस ने इन्ना जोर लाया है ना इन्नियां सौहां खादियां इन्ने धार्मिक समागम किए पर एक भी पासे एक भी पाई का काम नहीं हो सकिया। अकाली दल ने भी बड़ा कुछ किया पर जे हुण सारा कुछ ऐलाननामे ते रहा सरकार ने कहता कि असीं सारे पिंडों पिंड जावांगे पंचायतों को कहांगे इदां कुछ नहीं हुंदा पहलों ऐलान बाद च करन पहलों काम करके दस्सन कि आ कर गए जी असीं आप आके दस्सन सोशल मीडिया ते पंजाब किन्ना क वड्डा हैगा है ना ये तो नहीं हैगा कि अनडिवाइडेड पंजाब हिमाचल विच है ते हरियाणा विच है छोटे पंजाब नूं तां संभाल लैण जे नहीं संभालणगे तो बस लुटिया जा रहा अगे लुटिया मतलब अगे तो अंग्रेज़ां ने मटीरियल
ਜਾਂ ਇੱਥੋਂ ਦਾ ਪੈਸਾ ਤੇਲਾ ਸਾਰਾ ਇਕੱਠਾ ਕਰਕੇ ਲੈ ਗਏ। ਹੁਣ ਸਾਡੀ ਜਵਾਨੀ ਲੁੱਟੀ ਜਾ ਰਹੀ ਹੈ। ਸਾਡੇ ਜਵਾਨ ਨਹੀਂ ਰਹਿਣਗੇ ਤੇ ਸਾਰਾ ਪੰਜਾਬ ਗਰਕ ਹੋ ਜਾਏਗਾ, ਸਾਰਾ ਕੁਝ ਬਿਲਕੁਲ ਗਰਕ ਹੋ ਸਕਦਾ ਹੈ। ਜੀ। ਸੋ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਬੜੀ ਗੰਭੀਰ ਹੈ। ਇਹ ਬੀਜੇਪੀ ਦੀ ਚਿੰਤਾ ਹੈ। ਇਹ ਵੈਸੇ ਬਹੁਤ ਨੇਤਾ ਜਿਹੜੇ ਬਹੁਤ ਵਾਰੀ ਕਹਿ ਚੁੱਕੇ ਆ, ਸਾਰੇ ਕਹਿੰਦੇ ਪਏ ਆ ਅਸੀਂ। ਹਾਂ, ਸਾਰੇ ਕਹਿ ਰਹੇ ਆ, ਲੋਕ ਵੀ ਕਹਿ ਰਹੇ ਆ। ਹਾਲਾਤ ਤਾਂ ਵੈਸੇ ਜਿਹੜੇ ਮਾੜੇ ਨੇ ਉਹਨਾਂ ਵਿੱਚੋਂ ਹੁਣੇ ਤੁਹਾਨੂੰ ਪਤਾ ਲੱਗਾ ਹੋਣਾ ਕਿ ਸੁਖਪਾਲ ਖਹਿਰਾ ਨੂੰ ਵੀ ਧਮਕੀ ਮਿਲੀ ਸੀ। ਧਮਕੀਆਂ ਵੀ ਆ ਰਹੀਆਂ, ਪੈਸਾ ਵੀ ਲੈ ਰਹੇ ਆ, ਮਰਡਰ ਵੀ ਹੋ ਰਹੇ ਆ, ਔਰ ਉਹਦੇ ਵਿੱਚ ਡਰਾਵਾ ਵੀ ਦੇ ਰਹੇ ਆ, ਔਰ ਪੁਲਿਸ ਦੇ ਹੱਥੋਂ ਇਹ ਬਾਜੀ ਨਿਕਲਦੀ ਜਾ ਰਹੀ ਹੈ। ਕਿਉਂਕਿ ਪੁਲਿਸ ਦਾ ਡਰ ਹੀ ਹੁੰਦਾ ਨਾ, ਜਾਂ ਜਿਹੜੀਆਂ ਬਾਹਰਲੀਆਂ ਜਿਹੜੀਆਂ ਏਜੰਸੀਆਂ ਸਾਡੀਆਂ CRPF ਹੈਗੀ ਆ, BSF ਹੈਗੀ ਹੈ, BSF ਵੀ ਥਾਣੇ 'ਚ ਤਾਇਨਾਤ ਕਰ ਦਿੱਤੀ ਗਈ ਆ, CRP ਵੀ ਆ ਗਈ ਇੱਥੇ। ਇਹਨਾਂ ਨੇ ਉਹਨਾਂ ਨੂੰ ਜੋੜ ਲਿਆ ਆਪਣੇ ਨਾਲ, ਕਿਉਂਕਿ ਉਹ ਜਿਹੜੀ ਉਹ ਐਕਸਟਰਨਲ ਹੁੰਦਾ ਨਾ ਕਿ ਉਹਨਾਂ ਬਾਹਰਲੇ ਦੇਸ਼ਾਂ ਤੱਕ BSF ਨੇ ਬਾਰਡਰ 'ਤੇ ਕੰਮ ਕਰਨਾ ਹੁੰਦਾ। ਪਰ ਜਦੋਂ ਪੰਜਾਬ ਦੇ ਵਿੱਚ ਵੀ ਐਮਰਜੈਂਸੀ ਆਉਂਦੀ ਤਾਂ ਉਹ ਨਾਲ ਹੀ ਹੱਥ ਨਾਥ ਵਟਾਉਂਦੇ ਆ, ਨਾਲ ਸੁਰੱਖਿਆ ਦਾ ਪ੍ਰਬੰਧ ਕਰਦੇ ਆ। ਪਰ ਜੇ ਇਹ ਦਸ਼ਾ ਇਸੇ ਤਰ੍ਹਾਂ ਦੀ ਰਹੀ ਤਾਂ ਉਹ ਹਾਲਤ ਜਿਹੜੀ ਆ ਦਿਨ ਬ ਦਿਨ ਵਿਗੜਦੀ ਗਈ, ਅਤੇ ਫਿਰ ਉਸੇ ਤਰ੍ਹਾਂ ਦੇ ਜਿਹੜੇ ਆ ਬਲੱਡ ਸ਼ੈੱਡ ਹੋਊਗਾ, ਹੈ ਨਾ, ਸਾਰਾ ਕੁਝ ਖੂਨ ਖਰਾਬ ਹੋਊਗਾ ਜਿਹਨੂੰ ਆਪਾਂ ਕਹਿੰਦੇ ਹਾਂ। ਪਹਿਲਾਂ ਅਸੀਂ ਸੁਣਦੇ ਰਹੇ ਹਾਂ, ਜਦੋਂ ਆਪਾਂ ਪੜ੍ਹਦੇ ਸੀ ਜਾਂ ਜਦੋਂ ਨੌਕਰੀ ਵਿੱਚ ਸੀਗੇ, ਉਦੋਂ ਹੁੰਦਾ ਸੀ ਮਰਡਰ ਹੁੰਦਾ ਸੀ ਜ਼ਮੀਨ ਤੋਂ ਹੋ ਗਿਆ, ਹੈ ਨਾ, ਵਿਆਹ ਸ਼ਾਦੀ ਤੋਂ ਮਰਡਰ ਹੋ ਗਿਆ, ਹੈ ਨਾ, ਦੂਜੇ ਥਾਂ ਹੋ ਗਿਆ ਆਪਸੀ ਲੈਣ ਦੇਣ ਤੋਂ ਮਰਡਰ ਹੋ ਗਿਆ, ਉਹ ਹੁੰਦਾ ਸੀ। ਪਰ ਹੁਣ ਤਾਂ ਸਨੈਚਿੰਗ ਖੋਆ ਮਾਈ ਪਈ ਆ ਕਿ ਜਿਹੜਾ ਬੰਦਾ ਜਾਂ ਕੇਕ ਖਾ ਰਿਹਾ ਜਾਂ ਦੂਜਾ ਚੰਗਾ ਖਾਣਾ ਖਾ ਰਿਹਾ ਤਾਂ ਉਹਦੇ ਤੋਂ ਖੋਹਦੇ ਆ ਲੋਕ। ਜਿਹਨੇ ਅੱਛੀ ਘੜੀ ਬੰਨੀ ਆ ਉਹਨੂੰ ਉਹਦੇ ਕੋਲ ਖੋਹਦੇ ਆ, ਮੋਬਾਈਲ ਕਰ ਰਿਹਾ ਵਧੀਆ ਉਹਦੇ ਕੋਲ ਖੋਇਆ ਜਾਂਦਾ, ਸੋਹਣਾ ਕੱਪੜੇ ਪਾਏ ਆ ਉਹਦੇ ਮਗਰ ਲੱਗ ਜਾਂਦੇ ਆ। ਇਹ ਇਸ ਤਰ੍ਹਾਂ ਦਾ ਹੈਗਾ। ਜੇ ਤੁਸੀਂ ਗਹਿਣਾ ਪਾ ਲਿਆ, ਬੀਬੀਆਂ ਗਹਿਣੇ ਪਾ ਕੇ ਜਾਂਦੀਆਂ, ਕੰਨਾਂ 'ਚੋਂ ਗਹਿਣੇ ਲਾਏ ਜਾਂਦੇ ਆ। ਜੇ ਉਹਨਾਂ ਨੇ ਹੱਥਾਂ ਨੂੰ ਕੁਛ ਪਾਇਆ, ਹੈ ਨਾ, ਚੂੜੀਆਂ ਪਾਈਆਂ, ਉਹ ਲਾ ਕੇ ਦੌੜ ਜਾਂਦੇ ਆ, ਔਰ ਦਿਨ ਦਿਹਾੜੇ ਬੋਝੇ ਫੋਲ ਕੇ ਭੱਜ ਜਾਂਦੇ ਆ। ਪਰ ਕੰਪੈਰੇਟਿਵਲੀ ਨਾ ਵੇਖਣ, ਆਪਾਂ ਇੱਕ ਦਿਨ ਗੱਲ ਕੀਤੀ ਸੀ ਕਿ ਜਿਹੜਾ ਜੋ ਬਿਹਾਰ ਵਿੱਚ ਹੋ ਰਿਹਾ, UP 'ਚ ਹੋ ਰਿਹਾ, ਜਾਂ ਬਾਹਰਲੇ ਦੂਜੇ ਸੂਬਿਆਂ 'ਚ ਹੋ ਰਿਹਾ, ਉਹਦੇ ਨਾਲ ਇਹਨਾਂ ਨੂੰ ਮੁਕਾਬਲਾ ਨਹੀਂ ਕਰਨਾ ਚਾਹੀਦਾ। ਇਹ ਪੰਜਾਬ ਆ, ਪੰਜਾਬ 'ਚ ਨਰੋਲ ਸ਼ਾਂਤੀ ਚਾਹੀਦੀ ਆ, ਔਰ ਇਹਦੇ ਵਿੱਚ ਇਸ ਤਰ੍ਹਾਂ ਦਾ ਉਪਦੇਸ਼ ਦੇਣਾ ਚਾਹੀਦਾ ਸਾਰੇ ਲੋਕਾਂ ਨੂੰ ਕਿ ਰਲ ਕੇ ਸਾਰਾ ਕੰਮ ਕਰਨ, ਅਤੇ ਜਿਹੜੀ ਗੜਬੜ ਹੋ ਰਹੀ ਹੈ ਇਹਨੂੰ ਪਿਆਰ ਨਾਲ, ਮੁਹੱਬਤ ਨਾਲ ਵੇਲੇ ਲਾ ਲੈਣਾ ਚਾਹੀਦਾ। ਕਿਉਂਕਿ ਆਪਾਂ ਸੁਣਦੇ ਹਾਂ ਨਾ ਕਿ ਮੁੰਡੇ ਜੇ ਗੈਂਗਵਾਦ 'ਚ ਆ ਗਏ, ਉਹਦੇ 'ਚ ਉਹ ਨੁਕਸਾਨ ਪਹੁੰਚਾ ਰਹੇ ਆ। ਉਹ ਮੁੰਡੇ ਆਉਣਗੇ ਇਸ ਕਰਕੇ ਬੇਰੁਜ਼ਗਾਰੀ ਵੀ ਉਹਨੂੰ ਬੰਦ ਕਰਨ, ਲੋਕ ਮੁੰਡਿਆਂ ਨੂੰ ਸਮਝਾਉਣ, ਸਰੈਂਡਰ ਕਰ ਜਾਂਦੇ ਆ। ਜਦੋਂ ਪਹਿਲਾਂ ਹੋਇਆ ਸੀਗਾ ਬੇਅੰਤ ਸਿੰਘ ਸਰਕਾਰ ਵੇਲੇ, ਜਦੋਂ ਉਦੋਂ ਸਾਰਾ ਕੁਝ ਸੀਗਾ, ਤਾਂ ਉਦੋਂ ਬਹੁਤ ਮੁੰਡਿਆਂ ਨੇ ਸਰੈਂਡਰ ਕਰਤਾ, ਜਿਹੜੇ ਇਸ ਮੂਵਮੈਂਟ 'ਚ ਆ ਗਏ ਸੀਗੇ। ਔਰ ਉਹ ਆ ਜਾਂਦੇ ਆ ਮੁੰਡੇ, ਇਸ ਤਰ੍ਹਾਂ ਦੇ ਨਹੀਂ ਹੈਗੇ, ਉਹਨਾਂ ਨੂੰ ਪਤਾ ਸਾਡਾ ਪੰਜਾਬ ਸਾਡਾ ਘਰ-ਬਾਰ ਆ, ਸਾਡੇ ਪਿੰਡਾਂ ਦੇ ਵਿੱਚ ਘਰ ਹੈਗੇ ਆ, ਔਰ ਉਹ ਕਿਤੇ ਬਾਹਰੋਂ ਅਸਮਾਨ ਤੋਂ ਤਾਂ ਨਹੀਂ ਆਏ, ਤਾਂ ਨਾ ਕਿਸੇ ਦੇਸ਼ ਦੂਜੇ 'ਚੋਂ ਆਏ, ਉਹਨਾਂ ਦੀ ਧਰਤੀ ਆ। ਜੇ ਉਹਨਾਂ ਨੂੰ ਚੰਗੀ ਤਰ੍ਹਾਂ ਟ੍ਰੀਟਮੈਂਟ ਦਿੱਤੀ ਜਾਵੇ, ਪਿਆਰ ਨਾਲ ਸਮਝਾਇਆ ਜਾਵੇ, ਤਾਂ ਉਹ ਮੁੰਡੇ ਕਿਸੇ ਪਾਸੇ ਉਲਟ ਨਹੀਂ ਜਾ ਸਕਦੇ। ਉਹਨਾਂ ਨੂੰ ਮਾਰਗਦਰਸ਼ਨ ਹੀ ਗਲਤ ਦਿੱਤਾ ਗਿਆ, ਉਹਨਾਂ ਨੂੰ ਸਮਝਾਇਆ ਗਲਤ ਗਿਆ। ਜਦੋਂ ਉਹਨਾਂ ਕੋਲ ਕੋਈ ਕੰਮ ਨਹੀਂ, ਜੇ ਉਹਨਾਂ ਦੀ ਐਨਰਜੀ ਨਹੀਂ ਕਿਸੇ ਪਾਸੇ ਚੰਗੇ ਪਾਸੇ ਲਾਈ, ਪੜ੍ਹੇ ਲਿਖੇ ਮੁੰਡੇ ਆ, ਔਰ ਸਰਕਾਰ ਨੂੰ ਇਹਦੇ ਵਿੱਚ ਰੋਲ ਅਦਾ ਕਰਨਾ ਚਾਹੀਦਾ। ਔਰ ਬਾਕੀ ਜਿਸ ਤਰ੍ਹਾਂ ਅੱਗੇ ਆਪਾਂ ਗੱਲ ਕੀਤਾ, ਏਜੰਸੀਆਂ ਨੂੰ ਵੀ ਆਉਣਾ ਚਾਹੀਦਾ। ਪਰ ਅਸੀਂ ਪਤਾ ਕੀ ਕਰਦੇ, ਸਾਡੀਆਂ ਇੱਥੇ ਜਿਹੜੀਆਂ ਵਿਰੋਧੀ ਪਾਰਟੀਆਂ ਉਹ ਕਹਿੰਦੀਆਂ ਮਾਰੇ ਗਏ, ਲੁੱਟੇ ਗਏ, ਪਤਾ ਨਹੀਂ ਕੀ ਹੋ ਗਿਆ ਜੀ। ਉਹਨਾਂ ਨੂੰ ਇਹ ਨਹੀਂ ਪਤਾ ਜਦੋਂ ਇਹ ਵੀ ਰਾਜ ਦੇ ਵਿੱਚ ਉਦੋਂ ਵੀ ਇੱਦਾਂ ਹੀ ਹੁੰਦਾ ਸੀ। ਹੁਣ ਕਿ ਪੰਜਾਬ ਵਿੱਚ ਨਵਾਂ ਨਹੀਂ ਹੋਇਆ ਕਿ ਨਵਾਂ ਆ ਸਾਰਾ ਕੁਝ ਹੋ ਗਿਆ। ਪਿਛਲਾ ਇਤਿਹਾਸ ਬੋਲ ਲਓ, ਇੰਸੀਡੈਂਟ ਜਿੰਨੇ ਵੀ ਘਟਨਾਵਾਂ ਦੁਰਘਟਨਾਵਾਂ ਹੋਈਆਂ, ਜਿੰਨੇ ਵੀ ਇੰਸੀਡੈਂਟ ਹੁੰਦੇ, ਹਾਦਸੇ ਹੁੰਦੇ ਆ, ਉਸ ਸਮੇਂ ਦੇ ਹੁੰਦੇ, ਉਹ ਹਰ ਇੱਕ ਦੇ ਰਾਜ 'ਚ ਹੋਏ ਆ। ਪਰ ਇਹਨਾਂ ਨੂੰ ਚਾਹੀਦਾ ਕਿ ਹੁਣ ਇਹੋ ਜਿਹੇ ਮਾਮਲੇ 'ਤੇ ਇਕੱਠੇ ਹੋਣਾ ਚਾਹੀਦਾ, ਨੁਕਤਾਚੀਨੀ ਘੱਟ ਕਰਨੀ ਚਾਹੀਦੀ। ਵਿਆਹ ਹੋ ਗਿਆ, ਉਹ ਹੋ ਗਿਆ, ਪੰਜਾਬ ਤਾਂ ਤੁਹਾਡਾ ਹੀ ਆ, ਕਰ ਕੌਣ ਰਿਹਾ? ਤੁਹਾਡੇ ਮੁੰਡੇ ਹੀ ਕਰ ਰਹੇ ਆ, ਤੁਹਾਡੇ ਨਾਲ ਦੇ ਜਿਹੜੇ ਦੋਖੀ ਉਹ ਕਰ ਰਹੇ ਆ। ਬਾਹਰਲੇ ਪਾਕਿਸਤਾਨ 'ਚੋਂ ਵੀ ਬੜਾ ਕੁਛ ਆ ਰਿਹਾ। ਲਾਅ ਐਂਡ ਆਰਡਰ ਦੀ ਸਮੱਸਿਆ ਸਰਕਾਰ ਦੀ ਸਮੱਸਿਆ ਤਾਂ ਹੈ ਹੀ ਹੈ ਜੀ, ਬਾਕੀ ਵਿਰੋਧੀ ਪਾਰਟੀਆਂ ਦੀ ਵੀ ਸਮੱਸਿਆ ਇਹੀ ਹੈ। ਸਹੀ ਗੱਲ। ਇਹ ਨਹੀਂ ਕਿ ਜੇ ਕੱਲ ਨੂੰ ਸੱਤਾ ਦੇ ਵਿੱਚ BJP ਆ ਜਾਂਦੀ ਹੈ ਤੇ ਫਿਰ ਇਹ ਲਾਅ ਐਂਡ ਆਰਡਰ ਇੱਕੋਦਮ ਸਹੀ ਹੋ ਜਾਏਗਾ, ਕਿਉਂਕਿ ਜਾਦੂ ਥੋੜਾ ਹੋ ਜਾਣਾ। ਬਿਲਕੁਲ। ਜੇ ਪੁਰਾਣਾ ਵਿਗੜਿਆ ਹੋਇਆ ਤੇ ਤੁਹਾਨੂੰ ਹੁਣੇ ਸੁਧਾਰਨਾ ਚਾਹੀਦਾ। ਜੇ ਤੁਸੀਂ ਵੀ ਸੱਤਾ ਤੇ ਕਾਬਜ਼ ਹੋ ਜਾਂਦੇ ਹੋ ਨਾ ਪੰਜਾਬ ਦੀ, ਤਾਂ ਵੀ ਤੁਹਾਨੂੰ ਇਹ ਨਜਿੱਠਣਾ ਪੈਣਾ, ਜਿਹੜਾ ਇਹ ਲਾਅ ਐਂਡ ਆਰਡਰ ਦੇ ਵਿੱਚ ਡਿਸਆਰਡਰ ਹੋਇਆ ਹੋਇਆ, ਇਹ ਤੁਹਾਨੂੰ ਵੀ ਨਜਿੱਠਣਾ ਪੈਣਾ। ਹੁਣ BJP ਨੇ ਕਿਹਾ ਨਾ, ਅਕਾਲੀ ਦਲ ਵੀ ਕਹਿ ਰਿਹਾ, ਇਹ ਵਿਰੋਧੀ ਤੇ ਕਾਂਗਰਸ ਵੀ ਪੂਰੀ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਅੱਗੇ ਆ ਜਾਂਦੇ ਆ। ਇਹ ਦੇਖੋ ਨਾ, ਜਿਹੜਾ ਹੁਣ ਸਿੱਧੀ ਸਾਦੀ ਗੱਲ ਇਹ ਹੈ ਕਿ ਇਹ ਮਾਹੌਲ ਠੀਕ ਕਰੋ, ਲਾਅ ਐਂਡ ਆਰਡਰ ਠੀਕ ਕਰੋ। ਇਹ ਨਹੀਂ ਕਿ ਸਰਕਾਰ ਨੂੰ ਬਰਖਾਸਤ ਕਰ ਦਿਓ, CM ਨੂੰ ਬਰਖਾਸਤ ਕਰ ਦਿਓ, ਨਵੀਆਂ ਵੋਟਾਂ ਕਰਵਾ ਦਿਓ, ਇਹ ਨਾ ਕਰੋ। ਕਾਨੂੰਨ ਦਾ ਜੋ ਪ੍ਰਯੋਗ ਹੈ ਉਹ ਸਹੀ ਤਰੀਕੇ ਨਾਲ ਹੋਣਾ ਚਾਹੀਦਾ। ਇਹ ਨਹੀਂ ਕਿ ਜਨਤਾ ਦੇ ਉੱਤੇ ਇੱਕ ਹੋਰ ਵੋਟਾਂ ਦਾ ਬੋਝ ਲੱਦ ਦਿਓ, ਅੱਗੇ ਹੀ ਭੱਠਾ ਬੈਠਾ ਪਿਆ ਸਾਡੀ ਇਕੋਨਮੀ ਦਾ, ਹੋਰ ਭੱਠਾ ਬਿਠਾ ਕੇ ਰੱਖ ਦਿਓ ਤੁਸੀਂ। ਇਹ ਕੰਮ ਨਾ ਕਰੋ, ਸਿੱਧੇ ਸੁੱਧੇ ਤਰੀਕੇ ਨਾਲ, ਮਤਲਬ ਇਹ ਕੰਮ ਨਜਿੱਠੇ ਜਾਣ, ਸਹੀ ਕੀਤੇ ਜਾਣ। ਇਸ ਵਕਤ ਸਥਿਤੀ ਖਸਤਾ ਬਣੀ ਹੋਈ ਹੈ, ਔਰ ਇਹ ਐਕਸਪਰਟਸ ਕਹਿ ਰਹੇ ਨੇ, ਇਕਨੋਮਿਕਸ ਦੇ ਜਿਹੜੇ ਐਕਸਪਰਟਸ ਨੇ, ਇਕੋਨਮੀ ਨੂੰ ਸਮਝਦੇ ਨੇ ਮਾਹਿਰ, ਉਹ ਇਹ ਗੱਲ ਕਹਿ ਰਹੇ ਨੇ
ਕਿ ਇੰਨਾ ਜ਼ਿਆਦਾ ਕਰਜ਼ਾ ਵੱਧ ਗਿਆ। ਹੁਣ 50,000 ਕਰੋੜ ਦਾ ਫੇਰ ਕਰਜ਼ਾ ਲੈਣ ਜਾ ਰਹੇ ਆ, ਜਿਹੜਾ ਨਵਾਂ ਬਜਟ ਹੈ, ਔਰ ਇਹਦੇ ਵਿੱਚ ਇੰਨਾ ਜ਼ਿਆਦਾ 50,000 ਕਰੋੜ ਦਾ ਜਿਹੜਾ ਲੋਨ ਲੈ ਰਹੇ ਆ, ਇੰਨਾ ਜ਼ਿਆਦਾ ਕਰਜ਼ਾ, ਕਿਉਂਕਿ ਪੁਰਾਣੇ ਕਰਜ਼ੇ ਦੀਆਂ ਕਿਸ਼ਤਾਂ ਤਾਰਨੀਆਂ। ਔਰ ਇਹ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਵਾਰ ਕਰਜ਼ਾ ਸਸਤਾ ਮਿਲ ਜਾਏ। ਪਿਛਲੇ ਕਰਜ਼ੇ ਮਹਿੰਗੇ ਮਿਲੇ ਹੋਏ ਨੇ, ਇਹ ਲਾਉਣਾ ਕਿਨੇ ਹੈ? ਔਰ ਇਹਨਾਂ ਕੋਲ ਕੋਈ ਆਲਟਰਨੇਟਿਵ ਨਹੀਂ ਇਸ ਵਕਤ। ਕਿੱਥੋਂ ਲਾਉਣਗੇ? ਸਿਰਫ ਇਹ ਟੈਕਸ ਹੋਣਗੇ ਲੋਕਾਂ ਤੇ, ਟੈਕਸ ਨਹੀਂ ਇੰਨੇ ਕਲੈਕਟ ਹੋਣਗੇ ਜਿੰਨੇ ਮਹਿੰਗਾਈ ਤਾਂ ਹੋਏਗੀ। ਇਹ ਜਿਹੜੀਆਂ ਸਰਕਾਰੀ ਇਮਾਰਤਾਂ ਨੇ ਜਾਂ ਸਰਕਾਰੀ ਪ੍ਰਾਪਰਟੀਆਂ ਨੇ, ਉਹ ਜਾਂ ਗਿਰਵੀ ਰੱਖਣਗੇ ਜਾਂ ਵੇਚਣਗੇ। ਹਾਂ, ਇਸੇ ਤਰ੍ਹਾਂ ਹੀ ਸਰਕਾਰੀ ਜਿਹੜੀ ਪ੍ਰਾਪਰਟੀ ਹੋਵੇ, ਜੋ ਸੈਂਟਰ ਵੱਲੋਂ ਚੱਲਦਾ ਪਿਆ ਨਿੱਜੀਕਰਨ, ਉਹ ਪੰਜਾਬ ਨੇ ਵੀ ਸ਼ੁਰੂ ਕਰ ਦੇਣਾ, ਕਈ ਸਟੇਟਸ ਨੇ ਵੀ ਸ਼ੁਰੂ ਕੀਤਾ ਹੋਇਆ। ਨਿੱਜੀਕਰਨ ਕਰੀ ਜਾਓ ਸਾਰਾ ਕੁਝ। ਵੈਸੇ ਜੇ ਸਾਫ਼ ਨੀਤ ਨਾਲ ਵਿਰੋਧੀ ਪਾਰਟੀਆਂ, ਜਿਹੜੀ ਰਾਜਨੀਤਿਕ ਪਾਰਟੀਆਂ ਸਾਫ਼ ਨੀਤ ਨਾਲ ਤੇ ਸੱਚੇ ਮਨ ਨਾਲ ਅੱਗੇ ਆ ਜਾਣ, ਤੇ ਸੱਚੇ ਮਨ ਨਾਲ ਜਿਹੜੀ ਸਰਕਾਰ ਆ ਜੇ ਕਰਨਾ ਚਾਹਵੇ ਮਿਲ ਕੇ ਉਹਨਾਂ ਨਾਲ, ਜੇ ਭਗਵੰਤ ਮਾਨ ਜੀ ਇਹਨਾਂ ਦੀ ਮੀਟਿੰਗ ਕਰਕੇ ਬਿਠਾ ਕੇ ਉਹਨਾਂ ਨੂੰ ਕਹਿ ਦੇਣ ਕਿ ਤੁਸੀਂ ਵੀ ਤਰੀਕੇ ਨਾਲ ਆ ਜਾਓ ਤੇ ਮੈਂ ਵੀ ਤੁਹਾਡੇ ਨਾਲ ਖੁੱਲ੍ਹੇਆਮ ਤਾਂ ਗੱਲ ਕਰਦਾ, ਇਹਨੂੰ ਆ ਜਿਹੜੀਆਂ ਮਸਲਾ ਵਿਗੜੇ ਪਏ ਆ ਜਾਂ ਲਟਕ ਰਹੇ ਇਹਨਾਂ ਨੂੰ ਆਪਾਂ ਸੋਲਵ ਕਰਨਾ, ਤੁਹਾਡੀ ਸਲਾਹ ਵੀ ਹੈ ਤੇ ਇੰਪਲੀਮੈਂਟ ਮੈਂ ਕਰਦਾ। ਇਹ ਹੁਣ ਦੱਸੋ ਕੀ ਕਰਨਾ। ਭਾਜਪਾ ਨੇਤਾ ਕਹਿ ਰਹੇ ਨੇ, ਭਾਜਪਾ ਨੇਤਾ ਜੋ ਵੀ ਹੈਗੇ ਨੇ, ਇਹਨਾਂ ਨੂੰ ਇਹ ਵੀ ਦੇਖਣਾ ਚਾਹੀਦਾ ਇਹ ਸਮੱਸਿਆ ਤੁਹਾਡੀ ਵੀ ਸਮੱਸਿਆ ਹੈ। ਇਹ ਸਿਰਫ ਆਮ ਆਦਮੀ ਪਾਰਟੀ ਦੀ ਸਮੱਸਿਆ ਨਹੀਂ, ਤੁਹਾਡੀ ਵੀ ਸਮੱਸਿਆ ਹੈ। ਉਹਨਾਂ ਵੀ ਆਉਣਾ ਹੀ ਆ। ਔਰ ਇਸ ਵੇਲੇ ਤੇਰੀ ਪਾਰਟੀ ਮੇਰੀ ਪਾਰਟੀ ਇਹ ਖੇਡਣਾ ਬੰਦ ਕਰ ਦਿਓ। ਇਹ ਤੇਰੀ ਪਾਰਟੀ ਮੇਰੀ ਪਾਰਟੀ ਦੀ ਪੋਲਿਟਿਕਸ ਬੰਦ ਕਰ ਦਿਓ। ਇਸ ਵਕਤ ਪੰਜਾਬ ਨੂੰ ਸੰਭਾਲੋ ਜੋ ਹਾਲਾਤ ਬਣੇ ਪਏ। ਇੱਕ ਖੇਡ ਹੁੰਦੀ ਸੀ ਨਾ, ਬੱਚੇ ਖੇਡਦੇ ਹੁੰਦੇ, ਗੱਡਾ ਗਡੋਰੀਆ ਕਿੰਨਾ ਕੁ ਪਾਰ, ਇੱਕ ਮੁੱਕੀ ਚੁੱਕ ਲੈ ਦੂਜੀ ਨੂੰ ਤਿਆਰ। ਇਹ ਆ ਹੁਣ ਇੱਕ ਮੁੱਕੀ ਆ ਨਾ, ਤੇ ਦੂਜੀ ਮੁੱਕੀ ਜਿਹੜੀ ਉੱਤੇ ਆਉਣੀ ਹੈ, ਜਿਹੜੀ ਭਾਰ ਦੀ, ਉਹ ਤਾਂ ਬੀਜੇਪੀ ਆਊਗੀ ਜਾਂ ਅਕਾਲੀ ਦਲ ਆ ਰਿਹਾ। ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਅਸੀਂ ਸਾਂਝੇ ਤੌਰ ਤੇ ਇਸ ਯਤਨਸ਼ੀਲ ਹੋ ਕੇ ਇਹਨੂੰ ਮੋੜਾ ਕੱਟ ਦਈਏ, ਸਾਰਾ ਕੁਝ ਹੋ ਗਿਆ। ਹੋਰ ਇਹ ਅੰਦਰੋਂ ਤਾਂ ਮੈਨੂੰ ਲੱਗਦਾ ਕਿ ਚਾਹੁੰਦੇ ਨਹੀਂ ਕਿ ਇਸ ਤਰੀਕੇ ਨਾਲ, ਜੇ ਚਾਹੁਣ ਤਾਂ ਬੜਾ ਕੁਝ। ਸਿੰਪਲ ਗੱਲ ਹੈ, ਬਾਟਮ ਲਾਈਨ ਇਜ਼ ਨੋ ਮੋਰ ਪੋਲੀਟੀਕਲ ਗੇਮਸ। ਪੰਜਾਬ ਨੂੰ ਸੰਭਾਲੋ, ਪੰਜਾਬ ਦੀ ਸਥਿਤੀ ਨੂੰ ਸੰਭਾਲੋ, ਸਾਰੇ ਪੰਜਾਬੀ ਮਿਲ ਕੇ। ਇਸ ਵਕਤ ਇਹ ਸਥਿਤੀ ਬਣੀ ਹੋਈ ਹੈ। ਸੋ ਇਹ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਮੋਦੀ ਸਾਹਿਬ ਇੱਕ ਸਟੇਟਮੈਂਟ ਦੇ ਰਹੇ ਨੇ, ਕਾਂਗਰਸ ਮੇਰੀ ਕਬਰ ਖੋਦ ਰਹੀ ਹੈ, ਪੁੱਟਣ ਵਿੱਚ ਲੱਗੀ ਹੈ ਤੇ ਮੈਂ ਗਰੀਬਾਂ ਦੇ ਵਿਕਾਸ ਵਿੱਚ ਲੱਗਾ। ਗਰੀਬਾਂ ਦੇ ਵਿਕਾਸ, ਹਾਂ। ਇਹਨਾਂ ਨੇ ਕਿਹਾ ਕਿ ਮੇਰਾ ਵੇਲ ਤਾਂ ਨਹੀਂ ਇਸ ਗੱਲ ਲਈ, ਪਰ ਮੈਨੂੰ ਜਿਹੜੀ ਆ ਕਾਂਗਰਸ ਉਹ ਚਾਹ ਰਹੀ ਆ ਕਿ ਮੈਂ ਫੌਤ ਹੋ ਜਾਂ ਤੇ ਮੈਨੂੰ ਕਬਰ 'ਚ ਦਫਨਾ ਦਿੱਤਾ ਜਾਵੇ। ਮੈਂ ਇਸ ਗੱਲ ਲਈ ਤਾਂ ਵਿਹਲਾ ਨਹੀਂ ਹਾਂ, ਮੈਂ ਤਾਂ ਕਹਿੰਦੇ ਉੱਧਰ ਬਿਜ਼ੀ ਹਾਂ, ਮੈਂ ਤਾਂ ਕਰ ਰਿਹਾ ਵਿਕਾਸ ਗਰੀਬਾਂ ਦਾ। ਜਿੱਥੇ ਜਿੱਥੇ ਮੈਂ ਇੰਨੀਆਂ ਸਕੀਮਾਂ ਦਿੱਤੀਆਂ, ਜਿੱਥੇ ਪ੍ਰਧਾਨ ਮੰਤਰੀ ਕਲਿਆਣ ਯੋਜਨਾ, ਜਿਹਦੇ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ, ਜਿਹਦੇ ਵਿੱਚ ਅਨਾਜ ਦੇ ਰਹੇ ਹਾਂ ਲੋਕਾਂ ਨੂੰ, ਗਰੀਬਾਂ ਨੂੰ, ਔਰ ਉਹਨਾਂ ਦੇ ਵਿੱਚ ਬੇਰੁਜ਼ਗਾਰੀ ਦੂਰ ਕਰ ਰਹੇ ਹਾਂ। ਇਹਨਾਂ ਨੇ ਬੜੀਆਂ ਸਕੀਮਾਂ ਤਾਂ ਹੈ ਘੜੀਆਂ, ਕੁਝ ਇੰਪਲੀਮੈਂਟ ਹੋਈਆਂ ਵੀ ਆ, ਕੁਝ ਨਹੀਂ ਵੀ ਹੋ ਰਹੀਆਂ। ਔਰ ਸਾਰੇ ਸੂਬਿਆਂ ਵਿੱਚ, ਖਾਸ ਕਰਕੇ ਇਹਨਾਂ ਯੂਪੀ 'ਚ ਬਹੁਤ ਕੁਝ ਪ੍ਰਦਾਨ ਕੀਤਾ, ਕਿਉਂਕਿ ਇਹਨਾਂ ਦਾ ਆਪਣਾ ਇਲਾਕਾ ਹੈਗਾ, ਬਿਹਾਰ ਦਾ ਇਹਨਾਂ ਦਾ ਆਪਣਾ ਇਲਾਕਾ ਸੀਗਾ, ਔਰ ਉਹਨਾਂ ਇਲਾਕਿਆਂ ਵਿੱਚ ਗੁਜਰਾਤ 'ਚ ਬੜਾ ਕੁਝ ਕੀਤਾ ਇਹਨਾਂ ਨੇ। ਔਰ ਰਹੀ ਗੱਲ ਜਿਹੜਾ ਹੁਣ ਪੰਜਾਬ ਵਿੱਚ, ਤੇ ਇਹਨਾਂ ਨੇ ਜਿਹੜੀਆਂ ਸਕੀਮਾਂ ਵਿਕਾਸ ਦੀਆਂ ਸੀਗੀਆਂ, ਵਿਕਾਸ ਦੀ ਗੱਲ ਹੋਈ ਤਾਂ ਇਹਨਾਂ ਨੇ ਮੋੜਾ ਕੱਟ ਲਿਆ। ਇਹਨਾਂ ਨੇ ਕਹਿਤਾ ਕਿ ਅਸੀਂ ਨਹੀਂ ਦੇ ਸਕਦੇ, ਜਿਹਦੇ ਵਿੱਚ ਰੂਰਲ ਏਰੀਆ ਦੀਆਂ ਡਿਵੈਲਪਮੈਂਟ ਸਕੀਮ ਹੈਗੀਆਂ, ਉਹ 'ਚੋਂ ਇਹ ਮੁਨਕਰ ਹੋ ਗਏ। ਉਹ 'ਚ ਨਾ ਕਿਹਾ ਵੀ ਸਾਡੇ ਕੋਲ ਕੋਈ ਪੈਸਾ ਨਹੀਂ ਗਾ। ਇਸ ਕਰਕੇ ਕਿ ਇੱਥੇ ਆਪੋਜੀਸ਼ਨ ਆ, ਦੂਜੀ ਪਾਰਟੀ ਬੈਠੀ ਆ, ਜਿੱਥੇ ਜਿੱਥੇ ਇਹਨਾਂ ਦੀਆਂ ਆਪਣੀਆਂ ਪਾਰਟੀਆਂ ਹੈਗੀਆਂ। ਯੂਪੀ 'ਚ ਇਹਨਾਂ ਦੀ ਆਪਣੀ ਪਾਰਟੀ ਆ, ਔਰ ਦੂਜੀ ਸਟੇਟਾਂ 'ਚ ਜਿੱਥੇ ਤੇ ਪਾਰਟੀਆਂ ਇਹਨਾਂ ਦੀਆਂ ਹੈਗੀਆਂ, ਔਰ ਜਿੱਥੇ ਜਿੱਥੇ ਇਹਨਾਂ ਦੇ ਆਪਣੇ ਮੁੱਖ ਮੰਤਰੀ ਹੁਣ ਵੀ ਬਣਾਏ ਇਹਨਾਂ ਨੇ, ਅੱਗੇ ਤੋਂ ਵੀ ਬਣਨੇ ਲਈ ਆ ਰਹੇ। ਔਰ ਜਿੱਥੇ ਜਿੱਥੇ ਹੁਣ ਮੱਧਕਾਲੀ ਚੋਣਾਂ ਹੋ ਰਹੀਆਂ, ਜਿਮਨੀ ਚੋਣਾਂ ਹੋ ਰਹੀਆਂ, ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ, ਉਹਨਾਂ ਵੱਲ ਇਹਨਾਂ ਦਾ ਵਿਸ਼ੇਸ਼ ਧਿਆਨ ਵੀ ਹੈਗਾ। ਔਰ ਕਾਂਗਰਸ ਦੇ ਵਿੱਚੋਂ ਜਿਹੜਾ ਰਾਹੁਲ ਗਾਂਧੀ ਨੇ ਸ਼ਾਇਦ ਇਹਨਾਂ ਨੂੰ ਕੁਛ ਨਾ ਕੁਛ ਇਸ ਤਰ੍ਹਾਂ ਦੇ ਕੁਝ ਜਿਹੜੇ ਬਿਆਨ ਦੇ ਕੇ ਨਾਰਾਜ਼ ਕੀਤਾ ਹੋਊਗਾ, ਕਿਉਂਕਿ ਉਹਨਾਂ ਨੇ ਕੁਛ ਸੱਚ ਬੋਲਿਆ ਜਾਂ ਕੋਈ ਝੂਠ ਬੋਲਿਆ ਹੋਊਗਾ, ਔਰ ਇਹਨਾਂ ਨੂੰ ਬੁਰਾ ਲੱਗਿਆ। ਇਹਨਾਂ ਉਸੇ ਬਿਆਨ ਦਾ ਮੋੜਵਾਂ ਬਿਆਨ ਇਹੀ ਦਿੱਤਾ, ਜਵਾਬ ਦਿੱਤਾ ਕਿ ਮੈਂ ਤਾਂ ਗਰੀਬਾਂ ਦੇ ਭਲੇ ਲਈ ਕੰਮ ਕਰ ਰਿਹਾ, ਤੇ ਤੁਸੀਂ ਮੇਰੀ ਕਬਰ ਖੋਦ ਰਹੇ ਜੇ। ਤੁਸੀਂ ਚਾਹੁੰਦੇ ਵੀ ਮੈਂ ਖਤਮ ਹੋ ਜਾ, ਪਰ ਮੈਂ ਖਤਮ ਨਹੀਂ ਹੋਊਗਾ, ਕਿਉਂਕਿ ਮੇਰੇ ਕੋਲ ਬਹੁਤ ਸਹਾਰਾ ਉਹਨਾਂ ਲੋਕਾਂ ਦਾ। ਇਹਨਾਂ ਕਿਹਾ ਕਿ ਜੇ ਮੈਨੂੰ ਬਚਾਉਣ ਵਾਲੇ ਨੇ ਜਾਂ ਜਿਹੜੇ ਮੇਰੇ ਲੋਕ ਸਹਾਰੇ ਦੇ ਤੌਰ ਤੇ ਆ ਰਹੇ, ਜਿਨ੍ਹਾਂ ਦੇ ਮੋਢੇ ਤੇ ਮੈਂ ਅੱਗੇ ਹੱਥ ਰੱਖ ਕੇ ਤੁਰ ਰਿਹਾ, ਉਹ ਗਰੀਬ ਲੋਕ ਨੇ, ਜਿਨ੍ਹਾਂ ਦੇ ਵਿਕਾਸ ਦੀਆਂ ਯੋਜਨਾ ਮੈਂ ਪੂਰੀਆਂ ਬਣਾ ਕੇ ਤੁਰਿਆ ਜਾ ਰਿਹਾ। ਔਰ ਮੇਰਾ ਖਿਆਲ ਹੁਣ ਆਉਣ ਵਾਲੀਆਂ ਇਲੈਕਸ਼ਨ ਦੇ ਵਿੱਚ ਵੀ ਇਹਨਾਂ ਨੇ ਆਪਣਾ ਬਹੁਤ ਵੱਡਾ ਬਾਹੂ ਬੰਨ੍ਹ ਲਿਆ। ਔਰ ਉਹਦੇ ਵਿੱਚ ਇਸ ਕਰਕੇ ਨਜ਼ਰ ਆ ਰਿਹਾ ਇਹਨਾਂ ਨੂੰ ਕਿ ਜਿੱਥੇ ਜਿੱਥੇ ਨਾਗਾਲੈਂਡ, ਜਿੱਥੇ ਜਿੱਥੇ ਮੇਘਾਲਿਆ, ਔਰ ਜਿੱਥੇ ਜਿੱਥੇ ਇਹਨਾਂ ਦੀਆਂ ਸਰਕਾਰਾਂ ਬਣ ਚੁੱਕੀਆਂ, ਚਾਹੇ ਗੱਠਜੋੜਾਂ ਬਣੀਆਂ ਜਾਂ ਮੈਜੋਰਟੀਆਂ ਬਣੀਆਂ, ਉਹਦੇ ਲਈ ਇਹਨਾਂ ਨੂੰ ਚਾਨਣ ਹੋ ਗਿਆ ਕਿ ਅਸੀਂ ਦੋ ਪੈਰ ਵੀ ਹੁਣ ਪਿੱਛੇ ਨਹੀਂ ਹਟਾਂਗੇ। ਹੁਣ ਸਾਡੇ ਜਿਹੜੇ ਸਟੈਪ ਅੱਗੇ ਨੂੰ ਜਾਣਗੇ, ਪਿੱਛੇ ਨਹੀਂ ਆ ਸਕਦੇ, ਕਿਉਂਕਿ ਲੋਕ ਇਹਨਾਂ ਦੀ ਹਮਾਇਤ ਕਰ ਰਹੇ ਆ। ਲੋਕ ਇਹਨਾਂ ਨਾਲ, ਜਿਹੜੀ ਜਨਤਾ ਇਹਨਾਂ ਨੂੰ ਥੋੜ੍ਹਾ ਜਿਹਾ ਆਪਣੇ ਤਰੀਕੇ ਨਾਲ ਚੱਲ ਰਹੀ ਹੈ, ਆਪਣੀ ਨੀਤ ਨਾਲ ਚੱਲ ਰਹੀ ਹੈ। ਔਰ ਕਾਂਗਰਸ ਦਾ ਜਿਹੜਾ ਭਾਰਤ ਜੋੜੋ ਯਾਤਰਾ ਸੀ, ਉਹਦਾ ਉਹਨਾਂ ਨੂੰ ਹੰਗਾਰਾ ਤਾਂ ਚੰਗਾ ਮਿਲਿਆ, ਪਰ ਉਹ ਤੋਂ ਬਾਅਦ ਇਹਨਾਂ ਨੇ ਬਾਕੀ ਜਿਹੜੀਆਂ ਨਿਤਿਸ਼ ਕੁਮਾਰ ਜੀ ਨਾਲ ਅਤੇ ਮਮਤਾ ਬੈਨਰਜੀ ਨਾਲ ਅਤੇ ਹੋਰ ਜਿਹੜੀਆਂ
ਖੇਤਰੀ ਪਾਰਟੀਆਂ ਨੇ ਉਹਨਾਂ ਨਾਲ ਗਣਤੁਪ ਕਰ ਲਈ ਹੈ ਔਰ ਇਹ ਚਾਹ ਰਹੇ ਨੇ ਕਿ ਆਉਣ ਵਾਲੀਆਂ ਇਲੈਕਸ਼ਨ ਦੇ ਵਿੱਚ ਅਸੀਂ ਮਿਲ ਕੇ ਇੱਕ ਐਡਾ ਵੱਡਾ ਗੱਠਜੋੜ ਬਣਾਈਏ। ਖੜਗੇ ਸਾਹਿਬ ਨੇ ਵੀ ਕਹਿਤਾ ਔਰ ਸ਼ਸ਼ੀ ਥਰੂਰ ਜੀ ਨੇ ਕਹਿਤਾ ਕਿ ਅਸੀਂ ਹੁਣ ਬਿਲਕੁਲ ਇਕੱਠੇ ਹੋ ਗਏ ਹਾਂ ਔਰ ਉਹਦੇ ਵਿੱਚ J&K, ਉਹਦੇ ਵਿੱਚ ਸਾਊਥ ਦਾ ਏਰੀਆ, ਜਿਹਦੇ ਵਿੱਚ ਬਾਕੀ ਜਿਹੜੇ ਲੋਕ ਨੇ ਉਹਨਾਂ ਨੂੰ ਇਕੱਠੇ ਕਰਕੇ ਅਸੀਂ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਸਾਂਝੇ ਤੌਰ 'ਤੇ ਆਪਣਾ ਪ੍ਰਧਾਨ ਮੰਤਰੀ ਬਣਾਵਾਂਗੇ। ਉਹਦੇ ਵਿੱਚ ਬਹੁਤਾ ਰੌਲਾ ਪੈ ਗਿਆ ਸੀ ਕਿ ਸ਼ਾਇਦ ਨਿਤਿਸ਼ ਕੁਮਾਰ ਜੀ ਦਾ ਆਉਣ ਵਾਲੇ ਪ੍ਰਧਾਨ ਮੰਤਰੀ ਦੇ ਲਈ ਭਵਿੱਖ ਦੇ ਜਿਹੜੇ PM ਨੇ ਇੰਡੀਆ ਦੇ, ਸ਼ਾਇਦ ਉਹਨਾਂ ਦਾ ਨਾਂ ਉਹਦੇ ਵਿੱਚ ਆ ਜਾਏ, ਪਰ ਉਹਨਾਂ ਜੇ ਮੁਨਕਰ ਕਰਤਾ ਕਿ ਨਹੀਂ, ਮੈਂ ਇਸ ਕੱਪ ਪਾਸੇ ਨਹੀਂ ਹਾਂ, ਮੈਂ ਸਿਰਫ ਇਸੇ ਕਰਕੇ ਕਿ ਇਸ ਜੰਜਾਲ 'ਚੋਂ ਦੁਨੀਆ ਨੂੰ ਕਿਸ ਤਰ੍ਹਾਂ ਕੱਢ ਕੇ ਬਾਹਰ ਲਿਆਉਣਾ ਜਿਹਦੇ ਵਿੱਚ ਲੋਕ ਇਸ ਵੇਲੇ ਫਸੇ ਹੋਏ ਨੇ। ਅਤੇ ਮੇਰਾ ਆਂਦਾ ਇਹ ਹੈ ਕਿ ਸਿਆਸੀ ਪਾਰਟੀਆਂ ਜੋ ਕਰ ਸਕਦੀਆਂ, ਕਰਨਾ ਚਾਹ ਰਹੀਆਂ ਔਰ ਮੇਰਾ ਖਿਆਲ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਵੇਖੋ ਕਿਸ ਤਰ੍ਹਾਂ ਦਾ ਜਿਹੜਾ ਇਹ ਮਿਲਦਾ ਉਹਨਾਂ ਨੂੰ ਚਾਨਣ ਕਿ ਕਿਸ ਪਾਸੇ ਕਿਹੜੀ ਪਾਰਟੀ ਦਾ ਨੁਮਾਇੰਦਾ ਭਾਰਤ ਦਾ ਮੁੱਖ ਮੰਤਰੀ ਬਣਦਾ। ਇਹ ਤੁਹਾਨੂੰ ਦੁਨੀਆ ਜਦੋਂ ਮੈਂ ਕਾਲਜ ਪੜ੍ਹਦਾ ਹੁੰਦਾ ਸੀ ਉਦੋਂ ਮੇਰੇ ਸਿਲੇਬਸ ਦੇ ਵਿੱਚ ਐਸੇ ਆਉਂਦਾ ਸੀ, ਉਹ ਮੈਂ ਐਸੇ ਲਿਖਦਾ ਹੁੰਦਾ ਸੀ, ਜੇ ਮੈਂ ਭਾਰਤ ਦਾ ਪ੍ਰਧਾਨ ਮੰਤਰੀ ਹੁੰਦਾ ਤੇ ਮੈਂ ਕੀ ਕੁਝ ਕਰਦਾ। ਮੈਨੂੰ ਉਹ ਐਸੇ ਯਾਦ ਆਉਂਦਾ ਪਿਆ, ਉਹਦੇ 'ਚ ਮੈਂ ਕੀ ਕੁਝ ਲਿਖਦਾ ਹੁੰਦਾ ਸੀ, ਮੈਂ ਕੀ ਕੁਝ ਕਰਦਾ। ਚਲੋ ਆਪਾਂ ਅੱਗੇ ਚੱਲਦੇ ਹਾਂ, ਇਹ ਤਾਂ ਮੇਰੀ ਪਰਸਨਲ ਗੱਲ ਹੋ ਗਈ। ਜੇ ਤੁਹਾਡਾ ਵੀ ਮਤਲਬ ਹੈਗਾ ਇਹਦੇ ਨਾਲ ਤੇ ਸਿਆਸੀ ਦੌਰ ਚਾਹੋ, ਇਹ ਮੇਰਾ ਪਰਸਨਲ ਆਜ਼ਾਦ ਭਾਰਤ ਆ, ਆਜ਼ਾਦ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ। ਉਮਰ ਦਾ ਕੋਈ ਤਕਾਜ਼ਾ ਨਹੀਂ, ਕੁਆਲੀਫਿਕੇਸ਼ਨ ਦਾ ਕੋਈ ਮਤਲਬ ਨਹੀਂ। ਜੇ ਤੁਸੀਂ ਇਸ ਪਾਸੇ ਆਉਣਾ ਚਾਹੋ ਤੇ ਮੇਬੀ ਤੁਸੀਂ ਵੀ ਬਣ ਸਕਦੇ ਜੇ। ਇਹ 'ਚ ਨਹੀਂ ਹੈਗਾ ਕਿ ਆਮ ਨਾਗਰਿਕ ਹੀ ਬਣਦਾ, ਇਹ ਨਹੀਂ ਹੈਗਾ ਕਿ ਬਣਿਆ ਬਣਾਇਆ ਪ੍ਰਧਾਨ ਮੰਤਰੀ ਤਖ਼ਤ 'ਤੇ ਬਹਿੰਦਾ ਜਾਂ ਪ੍ਰਧਾਨ ਮੰਤਰੀ ਦੀ ਉਪਾਧੀ ਧਾਰਨ ਕਰਦਾ। ਇੰਡੀਆ ਦਾ ਲੋਕ ਹੀ ਹੁੰਦੇ ਆ, ਭਾਰਤ ਦੇ ਵਸਨੀਕ ਹੁੰਦੇ ਆ। ਮਨਮੋਹਨ ਸਿੰਘ ਹੁਣੀ 2 ਵਾਰੀ ਬਣੇ ਰਹੇ ਆ ਔਰ ਕਿੰਨੇ ਸ਼ਰੀਫ, ਕਿੰਨੇ ਵਿਦਵਤਾ ਨਾਲ ਭਰਪੂਰ ਪੜ੍ਹੇ ਲਿਖੇ ਹੈ ਨੇ ਔਰ ਜੋ ਗਰੋਥ ਉਹਨਾਂ ਨੇ ਕੀਤੀ ਆ ਇੰਡੀਆ ਦੀ ਕਿੱਥੋਂ ਤੱਕ ਕੀਤੀ। ਇਹੀ ਦੱਸਦਾ ਕਿ ਉਦੋਂ ਜਦੋਂ ਮੈਂ ਉਹ ਐਸੇ ਲਿਖਣਾ ਬੜਾ ਖੁੱਲ੍ਹ ਕੇ ਲਿਖਣਾ ਔਰ ਬੜੀਆਂ ਗੱਲਾਂ ਮੈਨੂੰ ਹੁਣ ਯਾਦ ਆਉਂਦੀਆਂ, ਬੜੀਆਂ ਚੇਤੇ ਹੁੰਦੀਆਂ, ਮੈਂ ਕੀ ਕੁਛ ਲਿਖਦਾ ਹੁੰਦਾ। ਉਹਦੇ ਇਮੇਜਿਨੇਸ਼ਨ ਆਉਂਦਾ ਨਾ, ਜੀ ਕਰਦਾ ਹੁੰਦਾ ਕਿ ਮੈਂ ਵੀ ਬਣਾ ਕਦੇ ਨਾ ਕਦੇ। ਤੇ ਉਹਦੇ ਵਿੱਚ ਬਣਾ ਉਹ ਵੀ ਇੱਕ ਵਿਚਾਰ ਹੁੰਦਾ ਹੈ ਕਿਉਂਕਿ ਉਦੋਂ ਉਮਰ ਇੱਦਾਂ ਦੀ ਹੁੰਦੀ, ਛੋਟੇ ਛੋਟੇ ਹੁੰਦੇ ਆ ਨਾ ਅਸੀਂ, ਕਾਲਜ ਦੇ ਮੁੰਡੇ ਹੁੰਦੇ ਆ ਤੇ ਨਾਲ ਇਹ ਹੁੰਦਾ ਕਿ ਤੁਹਾਡੇ ਅੰਦਰ ਇੱਦਾਂ ਦਾ ਸਮਾਜ ਔਰ ਇੱਦਾਂ ਦੀ ਅੰਦਰ ਇੱਕ ਚਾਹਤ ਹੁੰਦੀ ਹੈ ਕਿ ਇੱਦਾਂ ਦਾ ਸਮਾਜ, ਇੱਦਾਂ ਦਾ ਦੇਸ਼, ਨਾਗਰਿਕ ਇੱਦਾਂ ਦੇ, ਸਭ ਦੇ ਵਾਸਤੇ ਇਹ ਹੱਕ ਹੋਣ, ਸਭ ਇੱਦਾਂ ਆਪਣਾ ਫਰਜ਼ ਪੂਰਾ ਕਰਨ, ਹਰ ਚੀਜ਼ ਮਤਲਬ ਬੜੀਆਂ ਨਵੀਆਂ ਨਵੀਆਂ ਵਿਚਾਰਧਾਰਾਵਾਂ ਹੁੰਦੀਆਂ ਨੇ ਅੰਦਰ, ਨਵੇਂ ਨਵੇਂ ਵਿਚਾਰ ਆਉਂਦੇ ਨੇ। ਜਿਹੜਾ ਤੁਸੀਂ ਕਹਿ ਰਹੇ ਪਿਆ ਨਹੀਂ ਹੋਇਆ, ਜਿਹੜਾ ਹੋ ਸਕਦਾ ਸੀ, ਤੁਸੀਂ ਚਾਹੁੰਦੇ ਜੇ ਮੈਂ ਹੁੰਦਾ ਇਸ ਕੁਰਸੀ ਤੇ ਮੈਂ ਕਰ ਦੇਣਾ ਸੀਗਾ, ਹੈ ਨਾ, ਮੈਂ ਕਰ ਸਕਦਾ। ਬਹੁਤ ਕੁਝ ਹੁੰਦਾ ਉਦੋਂ, ਹੈ ਨਾ, ਉਦੋਂ ਹੁੰਦਾ। ਤੁਹਾਡੇ 'ਚ ਜੋਸ਼ ਹੁੰਦਾ, ਤੁਹਾਡੇ 'ਚ ਐਨਰਜੀ ਹੁੰਦੀ ਹੈ, ਤੁਹਾਡੇ 'ਚ ਇਮੈਜੀਨੇਸ਼ਨ ਹੁੰਦਾ, ਤੁਹਾਡੇ ਦੇ ਵਿੱਚ ਜਿਹੜੀ ਹੈ ਨਾ ਭੱਜ ਦੌੜ ਕਰਨ ਦਾ ਜਿਹੜੀ ਆ ਬੜੀ ਵੱਡੀ ਜਿਹੜੀ ਆ ਜੋਸ਼ ਹੁੰਦਾ ਕਿ ਤੁਸੀਂ ਜੋ ਕੁਝ ਕਰਨਾ ਚਾਹੋ ਕਰ ਸਕਦੇ ਹੋ। ਪਰ ਜਦੋਂ ਤੁਹਾਡੀ ਐਨਰਜੀ ਖਤਮ ਹੁੰਦੀ ਹੈ ਜਾਂ ਤੁਸੀਂ ਉਸ ਉਪਾਧੀ 'ਤੇ ਆ ਜਾਂਦੇ ਜਾਂ ਕੁਰਸੀ 'ਤੇ ਬਹਿ ਜਾਂਦੇ ਤੇ ਬੜਾ ਕੁਝ ਭੁੱਲ ਵੀ ਜਾਂਦਾ। ਉਹਦੇ 'ਚ ਇਹ ਹੋ ਜਾਂਦਾ ਕਿ ਜਦੋਂ ਤੁਸੀਂ ਕੁਰਸੀ 'ਤੇ ਬਹਿੰਦੇ ਹੋ ਨਾ, ਉਦੋਂ ਕੋਈ ਪੋਲੀਟੀਕਲ ਪ੍ਰੈਸ਼ਰਸ, ਕੋਈ ਪੋਲੀਟੀਕਲ ਕੰਪਲਸ਼ਨਸ, ਕਿਤੇ ਤੁਹਾਨੂੰ ਗੱਠਜੋੜ ਕੀਤਾ ਹੋਇਆ ਉਹਦਾ ਧਿਆਨ ਰੱਖਣਾ, ਸਪੋਰਟ ਲਿੱਤੀ ਹੋਈ ਹੈ, ਜਿਨ੍ਹਾਂ ਨੇ ਫੰਡ ਦਿੱਤੇ ਨੇ, ਜਿਨ੍ਹਾਂ ਨਾਲ ਸ਼ੇਕ ਹੈਂਡ ਕੀਤਾ ਹੋਇਆ ਹੈ, ਕਾਰਪੋਰੇਟ ਜਿਹੜੇ ਉਹਨਾਂ ਨੂੰ ਕਿੱਦਾਂ ਕਹੋਗੇ ਕਿ ਨਹੀਂ ਮੈਂ ਕਰਨਾ, ਜਿਨ੍ਹਾਂ ਨੇ ਝੋਲੇ ਭਰ ਲਿਆ ਕੇ ਤੁਹਾਡੇ ਉੱਥੇ ਸਟੇਜ 'ਤੇ ਜਾਂ ਤੁਹਾਡੇ ਸੈੱਟ 'ਤੇ ਜਾਂ ਜਿੱਥੇ ਤੁਹਾਡੇ ਬੈਠੇ ਕੁਰਸੀ 'ਤੇ ਲਾ ਕੇ ਤੁਹਾਡੇ ਅੰਦਰ ਭਰ ਦਿੱਤੇ ਆ। ਗੱਡੀਆਂ ਬੇਸ਼ੁਮਾਰ ਚੱਲ ਰਹੀਆਂ, ਪੈਟਰੋਲ ਦਾ ਪਤਾ ਨਹੀਂ ਕਿੱਧਰੋਂ ਆ ਰਿਹਾ ਔਰ ਪਤਾ ਨਹੀਂ ਕਿ ਤੁਹਾਡਾ ਕਿੱਧਰੋਂ ਕੱਪੜੇ ਆ ਰਹੇ ਆ, ਤੁਹਾਨੂੰ ਪਤਾ ਨਹੀਂ ਕਿ ਕਿੱਧਰੋਂ ਖਾਣਾ ਆ ਰਿਹਾ ਔਰ ਇਹ ਉਦੋਂ ਤੁਹਾਨੂੰ ਲੱਗਦਾ ਕਿ ਮੈਂ ਹੀ ਅਚਰਜ ਆ ਜੋ ਕੁਝ ਮਿਲ ਰਿਹਾ। ਮਤਲਬ ਮੈਨੂੰ ਕਿਹਾ ਜਾਂਦਾ ਹੈ ਕਿ ਇਹ ਕਿਹਾ ਜਾਂਦਾ ਕਿ ਤੁਸੀਂ ਜਦੋਂ ਸਿਸਟਮ ਨੂੰ ਬਦਲਣਾ ਸ਼ੁਰੂ ਕਰਦੇ ਹੋ, ਸਿਸਟਮ ਤੁਹਾਨੂੰ ਬਦਲਣ ਲੱਗ ਪੈਂਦਾ ਹੈ। ਤੁਸੀਂ ਕਿੰਨੇ ਕੁ ਉਹਦੇ 'ਚ ਆਪਣਾ ਮਜ਼ਬੂਤ ਹੋ ਕੇ ਨਿਕਲਦੇ ਹੋ, ਉਹ ਗੱਲ ਵੱਖਰੀ ਹੈ। ਕਿਉਂਕਿ ਸਾਡੇ ਸਾਹਮਣੇ ਇੱਕ ਐਗਜ਼ਾਮਪਲ ਹੈਗੀ ਹੈ ਲਾਲ ਬਹਾਦੁਰ ਸ਼ਾਸਤਰੀ, ਜੋ ਸਾਡੇ ਪ੍ਰਧਾਨ ਮੰਤਰੀ ਨੇ, ਉਹ ਬੜੇ ਸਖਤ ਹੋ ਕੇ ਨਿਕਲੇ ਨੇ, ਬਹੁਤ ਕੰਮ ਕੀਤਾ ਗਰੀਬੀ 'ਚ ਉੱਠ ਕੇ। ਯੈਸ, ਉਹਨਾਂ ਨੂੰ ਸਿਸਟਮ ਬਦਲ ਨਹੀਂ ਸਕਿਆ, ਉਹਨਾਂ ਨੂੰ ਸਿਸਟਮ ਨਹੀਂ ਬਦਲ ਸਕਿਆ, ਉਹਨਾਂ ਨੇ ਸਿਸਟਮ ਨੂੰ ਬਦਲਿਆ। ਜਿੱਥੇ ਤੱਕ ਉਹਨਾਂ ਦੀ ਆਵਾਜ਼ ਚੱਲੀ, ਜਿੰਨਾ ਸਮਾਂ ਰਹੇ ਨੇ, ਮਤਲਬ ਉਹਨਾਂ ਦੀ ਪ੍ਰੈਜ਼ੈਂਸ ਅੱਜ ਵੀ ਮਸ਼ਹੂਰ ਹੁੰਦੀ ਹੈ ਔਰ ਅੱਜ ਵੀ ਮਹਿਸੂਸ ਹੁੰਦੀ ਹੈ। ਦਾ ਨਾਰਾ ਉਹਨਾਂ ਦਿੱਤਾ ਸੀ ਪਾਕਿਸਤਾਨ ਨਾਲ ਲੜਾਈ ਜਦੋਂ ਹੋਈ ਆ, ਉਦੋਂ ਉਹ ਸੀਗੇ ਪ੍ਰਧਾਨ ਮੰਤਰੀ ਔਰ ਤਾਸ਼ਕੰਦ ਜਾ ਕੇ ਉਹਨਾਂ ਨੇ ਸਮਝੌਤਾ ਵੀ ਕੀਤਾ ਔਰ ਉਹ ਤੋਂ ਬਾਅਦ ਜਲਦੀ ਉਹਨਾਂ ਦੀ ਡੈਥ ਹੋ ਗਈ। ਇਹ ਮੁਗਲ ਸਰਾਏ ਜ਼ਿਲ੍ਹਾ ਬਨਾਰਸ ਦੇ ਵਸਨੀਕ ਸੀਗੇ ਔਰ ਜਦੋਂ ਪੜ੍ਹਨ ਜਾਂਦੇ ਸੀਗੇ ਔਰ ਪਾਣੀ ਲੰਘ ਕੇ ਜਾਂਦੇ ਸੀ ਔਰ ਉਹਦੇ ਵਿੱਚ ਜਦੋਂ ਪਾਣੀ ਲੰਘ ਕੇ ਆਪਣੇ ਕੱਪੜੇ ਫਿਰ ਬੰਨ੍ਹ ਕੇ ਜਾਂਦੇ ਸੀ ਕਿ ਇਹਨਾਂ ਦੇ ਦੋਸਤ ਤੇ ਇਹ ਸਕੂਲ ਜਾਣਾ, ਵਿੱਚ ਨਦੀ ਪੈਂਦੀ ਸੀ, ਇਹਨਾਂ ਕੋਲ ਪੈਸੇ ਨਹੀਂ ਹੁੰਦੇ ਸੀ ਕਿਸ਼ਤੀ 'ਚ ਬੈਠਣ ਦੇ। ਇਹਨਾਂ ਨੇ ਕੀ ਕਰਨਾ ਕਿ ਆਪਣੇ ਕੱਪੜੇ ਲਾ ਕੇ ਤੇ ਆਪਣੀਆਂ ਕਿਤਾਬਾਂ ਆਪਣੇ ਦੋਸਤਾਂ ਨੂੰ ਦੇ ਦੇਣੀਆਂ ਜਿਨ੍ਹਾਂ ਨੇ ਕਿਸ਼ਤੀ 'ਚ ਬਹਿਣਾ ਹੁੰਦਾ, ਤੇ ਆਪ ਲੰਗੋਟ ਪਾ ਕੇ ਕਿਸ਼ਤੀ ਦੇ ਨਾਲ ਨਾਲ ਤੈਰਦੇ ਜਾਂਦੇ ਨਿੱਕੇ ਜਿਹੇ, ਉਧਰ ਜਾ ਕੇ ਕੱਪੜੇ ਬਦਲ ਕੇ
ਆਪਣੇ ਕੱਪੜੇ ਪਾ ਕੇ ਫਿਰ ਸਕੂਲ ਜਾਣਾ ਤੇ ਵਾਪਸ ਵੀ ਤੈਰਦੇ ਆਉਣਾ, ਇਦਾਂ ਹੀ ਜਾਂਦੇ ਸੀ। ਬੜੀ ਗਰੀਬੀ ਚੋਂ ਉੱਠ ਕੇ ਬਹੁਤ ਸਟਰੋਂਗ ਪਰਸਨੈਲਿਟੀ, ਬਹੁਤ ਉਹਨਾਂ ਨੇ ਵੇਖਿਆ ਵੀ ਆ ਘਰ ਚੋਂ, ਔਰ ਹਿੰਦੁਸਤਾਨ ਲਈ ਬਹੁਤ ਕੁਝ ਕੀਤਾ ਉਹਨਾਂ ਨੇ, ਔਰ ਸੱਚੇ ਦਿਲੋਂ ਜਿੰਨਾ ਸਮਾਂ ਰਹੇ ਨੇ। ਔਰ ਇਕਲੌਤੇ ਇੱਕ ਇਦਾਂ ਦੇ ਰੇਲਵੇ ਮਿਨਿਸਟਰ ਰਹੇ ਨੇ, ਅੱਜ ਵੀ ਐਗਜ਼ਾਮਪਲ ਹੈ ਕਿ ਇੱਕ ਜਗ੍ਹਾ ਦੇ ਉੱਤੇ ਰੇਲਵੇ ਲਾਈਨ ਦੇ ਉੱਤੇ ਟਰੈਕ ਦੇ ਉੱਤੇ ਐਕਸੀਡੈਂਟ ਹੋ ਗਿਆ ਰੇਲਵੇ ਦਾ, ਇਹਨਾਂ ਨੇ ਰਿਜ਼ਾਈਨ ਕਰ ਦਿੱਤਾ ਕਿ ਮੈਂ ਜ਼ਿੰਮੇਵਾਰ ਹਾਂ, ਮੈਂ ਰੇਲ ਮੰਤਰੀ ਹਾਂ, ਇਹ ਮੇਰੀ ਜ਼ਿੰਮੇਵਾਰੀ ਹੈ। ਹਾਲਾਂਕਿ ਤੁਸੀਂ ਥੋੜਾ ਟ੍ਰੇਨ ਚਲਾ ਰਹੇ ਹੋ, ਪਰ ਜ਼ਿੰਮੇਵਾਰ ਤਾਂ ਹੋਆ ਨਾ, ਕਿਉਂਕਿ ਡਿਪਾਰਟਮੈਂਟ ਉਹਨਾਂ ਦਾ। ਇਹ ਲੌਜਿਕ, ਇਹ ਅੰਦਰੋਂ ਜਿਹੜੀ ਕਹਿੰਦੇ ਨਾ ਅੰਦਰ ਦੀ ਸੱਚਾਈ ਸਾਹਮਣੇ ਆਉਂਦੀ ਹੈ। ਬਿਲਕੁਲ। ਸੋ ਬਲਕਾਰ ਜੀ, ਇਹ ਤਾਂ ਇਹ ਮਸਲੇ ਕਿ ਅੱਜ ਵੀ ਉਹਨਾਂ ਦੀ ਸੱਚਾਈ ਨੂੰ ਮਹਿਸੂਸ ਕਰਦੇ ਹਾਂ, ਉਸੇ ਤਰ੍ਹਾਂ ਸੱਚੇ ਸੁੱਚੇ ਹੋ ਕੇ ਦੇਸ਼ ਨੂੰ, ਸੂਬੇ ਨੂੰ ਚਲਾਇਆ ਜਾਵੇ ਤਾਂ ਬੜੇ ਪੋਜ਼ਿਟਿਵ, ਬੜੇ ਵਧੀਆ ਰਿਜ਼ਲਟ ਆ ਸਕਦੇ। ਇਸ ਤਰ੍ਹਾਂ ਦੀ ਪਰਸਨੈਲਿਟੀ, ਇਸ ਤਰ੍ਹਾਂ ਦੀ ਸ਼ਖਸੀਅਤ ਜੇ ਕਿਤੇ ਸਾਡੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦੇ ਇੰਡੀਆ ਦੇ ਹੈੱਡ ਦੇ ਤੌਰ ਤੇ ਆ ਜਾਂਦੀ ਹੈ ਤਾਂ ਮੈਨੂੰ ਲੱਗਦਾ ਕਿ ਇਹ ਦਾ ਚਿਹਰਾ ਮੋਹਰਾ ਬਦਲਣਾ ਕੋਈ ਬਹੁਤ ਵੱਡੀ ਗੱਲ ਨਹੀਂ ਹੁੰਦੀ, ਬਹੁਤ ਬਦਲਿਆ ਜਾ ਸਕਦਾ। ਇਹ ਕੁਦਰਤ ਦਾ ਕਮਾਲ ਹੀ ਹੋ ਸਕਦਾ। ਜੀ ਜੀ ਬਿਲਕੁਲ। ਸੋ ਸਾਡੇ ਵਿਚਾਰ ਤੁਸੀਂ ਜ਼ਰੂਰ ਸੁਣਦੇ ਹੋ ਤੇ ਆਪਣੇ ਵਿਚਾਰ ਵੀ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਚਲਿਏ ਬਲਕਾਰ ਜੀ, ਬਿਲਕੁਲ ਜ਼ਰੂਰ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।